ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਪੈਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਔਰ ਅੱਜ ਬੜੀ ਸ਼ਾਨਦਾਰ ਸਾਡੀ ਇਸ ਵੇਲੇ ਪੈਨਲ ਡਿਸਕਸ਼ਨ ਹੋਏਗੀ। ਕਾਰਨ ਕੀ ਹੈ ਕਿ ਪੈਨਲ ਡਿਸਕਸ਼ਨ ਇੰਨੀ ਸ਼ਾਨਦਾਰ ਕਿਉਂ ਹੋਏਗੀ? ਵੀ ਹੈਵ ਸਮ ਵੈਰੀ ਵੰਡਰਫੁਲ ਗੈਸਟ ਔਨ ਦ ਪੈਨਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ सरा जी ਦਾ। सरा जी हाउ आर यू? क्या हाल है आपके? ठीक है, ऑल गुड सर, ऑल गुड। आप बताएं सर, आपके क्या हाल है? हाल पहले अच्छे थे, आपने गाना इतना अच्छा प्ले किया और अच्छे हाल हो गए। और आज के हमारे पैनल मेंबर, मुझे पता है आज ये गाना किन्होंने प्ले करवाया है, तो जरा उनका भी स्वागत कर लेते हैं। गुरदीप जी ਤੁਹਾਡਾ ਬਹੁਤ-ਬਹੁਤ ਸਵਾਗਤ ਹੈ। क्या ਵਧੀਆ ਗਾਣਾ ਸਰਾ ਜੀ FM ਤੇ ਤੁਸੀਂ ਸਟਾਰਟ ਕੀਤਾ ਹੈ, ਕਮਾਲ ਹੋ ਗਈ। ਥੈਂਕ ਯੂ ਵੀਰ ਜੀ, ਪਰ ਥੋੜੀ ਜਿਹੀ ਹੈਲਪ ਮੇਰੀ ਸਰਾ ਜੀ ਨੇ ਵੀ ਕੀਤੀ ਸੀ। ਇਹ ਪਰ ਮੇਰਾ ਫੇਵਰਿਟ ਗਾਣਾ ਹੈ ਸਰ, ਮੈਂ ਝੂਠ ਨਹੀਂ ਬੋਲਦਾ ਮਾਈਕ ਤੇ, ਤੁਹਾਨੂੰ ਪਤਾ। ਨਹੀਂ, ਤੁਹਾਡਾ ਫੇਵਰਿਟ ਗਾਣਾ ਹੈ, ਡੈਫੀਨਿਟਲੀ ਪਲੇ ਤੇ ਸਰਾ ਜੀ ਨੇ ਕੀਤਾ, ਪਰ ਗਾਣਾ ਤੁਹਾਡਾ ਫੇਵਰਿਟ ਹੈ, ਵਿਚ ਇਜ਼ ਵੈਰੀ ਗੁੱਡ, ਬਿਊਟੀਫੁਲ ਸੌਂਗ ਸਰ, ਬੜਾ ਮਜ਼ਾ ਆਇਆ। ਇਹਦੇ ਤੇ ਵੀ ਗੱਲ ਕਰਦੇ ਆ ਔਰ ਇਸ ਮੌਕੇ ਤੇ ਸਵਾਗਤ ਕਰਾਂਗੇ ਪੰਕਜ ਮੋਂਗਾ ਜੀ ਦਾ। ਪੰਕਜ ਜੀ ਬਹੁਤ-ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਹਾਂਜੀ, ਗਾਣਾ ਕਿੱਦਾਂ ਲੱਗਾ ਪੰਕਜ ਜੀ? ਕੀ ਹਾਲ ਹੈ ਤੁਹਾਡਾ? ਵੈਲਕਮ ਸਰ। ਗੁੱਡ ਆਫਟਰਨੂਨ ਜੀ, ਬਹੁਤ ਵਧੀਆ ਲੱਗਿਆ। ਔਰ ਗੁਰਦੀਪ ਜੀ, ਐਕਚੁਅਲੀ ਇੱਕ ਗੱਲ ਦੱਸਾਂ ਮੈਂ ਤੁਹਾਨੂੰ, ਮੇਰਾ ਵੀ ਇਹ ਕਾਫੀ ਟਾਈਮ ਤੋਂ ਫੇਵਰਿਟ ਗਾਣਾ ਹੈ। ਵਾਹ ਜੀ ਵਾਹ, ਕੀ ਬਾਤ। ਮੈਨੂੰ ਇਹ ਗਾਣਾ ਬਹੁਤ ਅੱਛਾ ਲੱਗਦਾ ਹੈ। ਸੋ ਜਦੋਂ ਵੀ ਇਹ ਚੱਲਦਾ ਹੈ, ਇਹਦੀ ਆਵਾਜ਼ ਹੀ ਕੁਝ ਲਾਈਕ ਆਯੁਸ਼ਮਾਨ ਖੁਰਾਨਾ ਨੇ ਖੁਦ ਗਾਇਆ, ਲੇਕਿਨ ਆਵਾਜ਼ ਜਿਹੜੀ ਹੈ ਬੜੀ ਅੱਛੀ ਹੈ ਔਰ ਜਿਹੜੇ ਵਰਡ ਨੇ ਇਹਦੇ ਗਾਣੇ ਦੇ ਉਹ ਬਹੁਤ ਹੀ ਅੱਛੇ ਨੇ। ਸੋ ਤੁਸੀਂ ਅੱਖਾਂ ਬੰਦ ਕਰਕੇ ਇਹ ਗਾਣਾ ਸੁਣ ਸਕਦੇ ਹੋ। ਸੋ ਇਟਸ ਰੀਅਲੀ ਨਾਈਸ ਸੌਂਗ। ਜੀ ਜੀ ਜੀ, ਬਿਲਕੁਲ ਬਿਲकुल ਸਰ, ਬਿਲकुल ਬਿਊਟੀਫੁਲ ਸੌਂਗ, ਬਹੁਤ ਸ਼ੁਕਰੀਆ। ਇਹ ਤੁਹਾਡੀ ਚੋਇਸ ਬੜੀ ਸ਼ਾਨਦਾਰ ਹੈ ਗੁਰਦੀਪ ਜੀ। ਔਰ ਅਸੀਂ ਦੱਸ ਦਈਏ ਕਿ ਅੱਜ ਪੈਨਲ ਤੇ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ ਸਾਹਿਬ ਹੋਣਗੇ, ਪੰਕਜ ਮੋਂਗਾ ਜੀ ਹੋਣਗੇ, ਗੁਰਦੀਪ ਜੀ ਵੀ ਸਾਡੇ ਨਾਲ ਨੇ ਔਰ ਸਰਾ ਜੀ ਵੀ ਸਾਡੇ ਨਾਲ ਨੇ। ਸੋ ਅੱਜ ਪੈਨਲ ਤੇ ਬੜੀ ਇੰਟਰਸਟਿੰਗ ਡਿਸਕਸ਼ਨ ਹੋਏਗੀ ਕਿਉਂਕਿ ਅਲੱਗ-ਅਲੱਗ ਵਿਊ ਪੁਆਇੰਟ ਜਿਹੜੇ ਹੋਣਗੇ। ਸਰਾ ਜੀ ਆਫ ਕੋਰਸ ਸ਼ੀ ਇਜ਼ ਅ ਯੰਗ ਗਰਲ, ਸੋ ਆਪਣੇ ਪਰਸਪੈਕਟਿਵ ਤੋਂ ਆਪਣੇ ਵਿਚਾਰ ਦੇਣਗੇ। ਗੁਰਦੀਪ ਜੀ ਕਮਿਊਨਿਟੀ ਦੇ ਨਾਲ ਕਾਫੀ ਮਿਲਦੇ ਜੁਲਦੇ ਨੇ। ਸੋ ਅੱਜ ਪੈਨਲ ਦੇ ਉੱਤੇ ਗੁਰਦੀਪ ਸਿੰਘ ਵੀ ਹੈਗੇ ਨੇ, ਸਾਡੇ ਵਨ ਆਫ ਦ ਲੀਡਿੰਗ ਹੋਸਟ ਨੇ ਤੁਸੀਂ ਗੁਰਦੀਪ ਸਿੰਘ ਜੀ ਦੇ। ਗੁਰਦੀਪ ਜੀ, ਜਦੋਂ ਦਾ ਤੁਸੀਂ ਵਾਈ ਮੀਡੀਆ ਤੇ ਆਉਂਦੇ ਹੋ, ਰੇਡੀਓ ਤੇ ਟੀਵੀ ਤੇ ਵੀ ਹੁਣ ਬੜੀ ਡਿਮਾਂਡ ਹੈ ਕਿ ਇਹਨਾਂ ਨੂੰ ਐਜ਼ ਅ ਹੋਸਟ ਜੀ, ਰੇਡੀਓ ਤੇ ਤਾਂ ਬੜੀ ਸੋਹਣੀ ਹੋਸਟਿੰਗ ਕਰਦੇ ਨੇ ਗੁਰਦੀਪ ਜੀ, ਇਹਨਾਂ ਨੂੰ ਤੁਸੀਂ ਟੀਵੀ ਤੇ ਵੀ ਲੈ ਕੇ ਆਇਆ ਕਰੋ। ਸੋ ਟੀਵੀ ਤੇ ਵੀ ਤੁਹਾਡੀ ਬਹੁਤ ਡਿਮਾਂਡ ਹੈ ਕਿ ਤੁਹਾਡੀ ਰੇਡੀਓ ਦੀ ਹੋਸਟਿੰਗ ਵਾਈ ਮੀਡੀਆ ਤੇ, ਉਹ ਕਹਿੰਦੇ ਅਸੀਂ ਪਸੰਦ ਕਰਦੇ ਹਾਂ, ਪਰ ਵਾਈ ਮੀਡੀਆ ਇਕੱਲਾ ਰੇਡੀਓ ਨਹੀਂ ਹੈ, ਇਹਨਾਂ ਨੂੰ ਟੀਵੀ ਤੇ ਵੀ ਲਿਆਓ। ਜੀ ਗੁਰਦੀਪ ਜੀ। ਸਰ, ਜਿਹੜੀ ਵੀ ਤੁਸੀਂ ਰਿਸਪੌਂਸਿਬਿਲਿਟੀ ਦਿਓਗੇ ਸਰ, ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਨਿਭਾਇਆ ਜਾਏ, ਲੇਕਿਨ ਇਹ ਡਿਪੈਂਡ ਕਰਦਾ ਯੁਧਵੀਰ ਜੀ, ਕਿਉਂਕਿ ਗਾਈਡੈਂਸ ਜਿਹੜੀ ਉਹ ਤੁਹਾਡੀ ਹੈ। ਸੋ ਇਸ ਲਈ ਥੈਂਕ ਯੂ ਤੁਹਾਡਾ ਕਰਨਾ ਬਣਦਾ ਮੈਨੂੰ ਲੱਗਦਾ। ਥੈਂਕ ਯੂ ਆਲਵੇਜ਼ देयर विद यू। सो इंटरेस्टिंग डिस्कशन होगी आज पैनल पे। सरा जी, गुरदीप जी, नाल पंकज जी और नाल रियल स्टेट का कोई सवाल पीके सबरवाल साहब। तो बड़ी मजेदार डिस्कशन होगी। पीके जी वेलकम बैक सर, बहुत बहुत स्वागत है रेडियो वाई और चैनल वाई पे। वेलकम सर। थैंक यू वेरी मच युधवीर जी एंड वेरी गुड आफ्टरनून टू ऑल अवर लिसनर्स एंड द पैनल जी। ਥੈਂਕ ਯੂ ਸਰ, ਥੈਂਕ ਯੂ। ਔਰ ਪੈਨਲ ਦੇ ਵਿੱਚ ਅੱਜ ਸਵਾਲ ਪੁੱਛੇ ਜਾਣਗੇ। ਗੁਰਦੀਪ ਜੀ ਕਹਿ ਰਹੇ ਸੀਗੇ ਕਿ ਅੱਜ ਉਹਨਾਂ ਦੇ ਵੀ ਕੁਝ ਸਵਾਲ ਨੇ, ਉਹ ਵੀ ਅਸੀਂ ਲਵਾਂਗੇ। ਔਰ ਬਾਕੀ ਜਿਹੜੇ ਸਾਡੇ ਕਾਲਰਸ ਕੁਝ ਇੰਤਜ਼ਾਰ ਕਰ ਰਹੇ ਨੇ, ਉਹ ਕਹਿੰਦੇ ਸੀ 10 ਤੋਂ 12, ਜਿਹਨਾਂ ਨੂੰ ਸਮੇਂ ਨਹੀਂ ਲੱਗਾ ਉਹ ਕਹਿੰਦੇ ਜੀ 12 ਤੋਂ 2 ਵਾਲੇ ਸ਼ੋਅ ਦੇ ਵਿੱਚ ਅਸੀਂ ਹਾਜ਼ਰ ਹੈਗੇ ਹਾਂ ਜੀ। ਸਭ ਤੋਂ ਪਹਿਲਾਂ ਗਿਰੀਸ਼ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ। पोंगा जी नमस्कार जी। पहले तो हाँ जी, पहले तो ये सवाल है कि मुझे हिसाब से तो रेट बढ़ेगा जी, पहले तो ये चक्कर है। देखिए, स्कोशिया बैंक वालों ने भी बोला है कि बैंक ऑफ कनाडा इज लूजिंग फंड, है ना? आपने रिपोर्ट शायद पढ़ी हो, तो जो जंग चल रही है महंगाई और उसके बीच में, तो ये कह रहे हैं इनको। अच्छा, दूसरा ये पॉइंट है मेरा कि बैंक ऑफ कनाडा को मुझे लगता है जी, अंग्रेजी के 2-3 वर्ड हैं, इसको कहते हैं गिल्ट, शेम और रिग्रेट। जो इन्होंने पिछले पुराने कहते हैं जो पुराने पाप किए हैं, गलतियां की हैं, उसको भी सुधारने के चक्कर में ये लगे हुए हैं जी। पहले तो आप इसके बारे में थोड़ा बताइए प्लीज। गिरीश जी, गिल्ट, रिग्रेट बिल्कुल है। एक्चुअली ये बैंक ऑफ कनाडा ही नहीं, पूरी दुनिया के बैंक इस वक्त जो है सब यही सोच रहे थे उस वक्त। ये जो इन्फ्लेशन है टेम्परेरी है, सप्लाई चेन जब ठीक हो जाएगी तो अपने आप ठीक हो जाएगी, तो उस वक्त इन्होंने इंटरेस्ट रेट नहीं बढ़ाया। सो मैं इसको एक जगह पे, हम तो बहुत छोटी सी इकोनॉमी, अगर यूएस को देखा जाए तो यूएस भी इसी कैटेगरी में था, यूरोपियन यूनियन, जर्मनी, फ्रांस, और अगर ऑस्ट्रेलिया साइड ले जाए वो सारे इसी कैटेगरी में थे। तो सारों को गिल्ट है, सारों को रिग्रेट है इस वक्त कि उन्होंने उस वक्त गलत डिसीजन लिया था कि उस वक्त बढ़ाना नहीं शुरू किया उन्होंने। सो इसलिए ये बैंक अब उसको अपने आप को लाइक ठीक करने के लिए, जो उन्होंने गलतियां की हैं उसको ठीक करने के लिए थोड़ा तेजी से बढ़ाना पड़ा इनको, बस ये चीज है। लेकिन ये बढ़ना तो था ही, ये नहीं कह सकते कि ये बढ़ना नहीं था, बट उन्होंने वेट किया जिसकी वजह से इनको बहुत तेजी से बढ़ाना पड़ गया।
नहीं तो हम अगर ये अब सिचुएशन ही आ गई थी गिरीश जी कि अगर वो नहीं बढ़ाते इतनी तेजी से तो इकोनॉमी कोलैप्स हो जानी थी। इन्फ्लेशन जैसे पहुंच गई थी 8%, 10%, ये बढ़ती चली जाती, और अगर बढ़ती चली जाती तो हम उस तरह की कंट्रीज में हो जाते थे। जिम्बाब्वे में पैसे की वैल्यू खत्म हो गई है, आज पाकिस्तान में 300 रुपए का पेट्रोल बिक रहा है, तो हम भी उस जगह पे पहुंच जाते हैं जहां पे लोग खाना खाना मुश्किल हो जाता है अगर ये बढ़ाते नहीं तो। आई कैन अंडरस्टैंड देयर इज अ पेन हियर, क्योंकि बहुत लोग जो ऑफ गार्ड जो थे वो पकड़े गए इसमें। मतलब इस तरह की सिचुएशन हुई कि पहले तो ये बोला गया जी हम नहीं बढ़ाएंगे, लोगों ने रिस्क लेने शुरू कर दिए। अब जिन्होंने ओवर रिस्क कर लिया था अपने आप को, जिनके पास कैपेसिटी नहीं थी होल्ड करने की, एक तो लोग वो फंस गए, एक वो पहले से जो हैंड टू माउथ के बेचारे, उनके साथ सिचुएशन ये हो गई है कि वो तो घुन की तरह पिस गए पीछे। उनका कोई कसूर भी नहीं है यहाँ पे, लेकिन वो पिस रहे हैं। बट बाकी जितनी भी इकोनॉमी है बचाने के लिए ये जरूरी हो गया था। एंड आपका दूसरा जो चीज है, इंटरेस्ट रेट जरूर बढ़ेगा। सर मैं इस वक्त प्रेडिक्ट नहीं करना चाहूंगा ये चीज, क्योंकि जिस प्लेटफॉर्म पे हम बैठे हैं, युद्धवीर जी बहुत बड़ा प्लेटफॉर्म देते हैं हमें बड़ा सोच समझ के ये चीजें बोलनी होती हैं, और पूरी रिपोर्ट्स के साथ बोलनी होती हैं, और पूरा उसको एनालाइज करके बोलना होता है। जैसे मैं 2 वीक पहले बोल के गया था कि इन्फ्लेशन ज्यादा आएगी, मुझे पता था, मैं एनालाइज कर चुका था, लेकिन आज मैं ये नहीं कहना चाहूंगा कि इंटरेस्ट रेट बढ़ेगा ही बढ़ेगा। वी विल वेट फॉर 1 सितंबर, एंड बीच की जो जितनी भी और छोटी मोटी रिपोर्ट है उनको भी देखना पड़ेगा। आज के हिसाब से मैं 30% लेके चल रहा हूं। मैं डगलस पॉर्टर की जो चीफ इकोनॉमिस्ट है बीएमओ के, उनकी स्टेटमेंट के साथ जाना चाहूंगा। 30% चांसेस अभी भी हैं, लेकिन वो 70% अभी भी चांसेस ये हैं कि वो होल्ड कर ले एक बार, लेकिन ये टेम्परेरी होल्ड होगा गिरीश जी। वो ये नहीं कहेंगे कि हम बढ़ाएंगे ही नहीं कभी। पहले इन्होंने कह दिया था कि हम पॉज कर रहे हैं, बढ़ाने की जरूरत नहीं, जो उन्होंने पहले किया, वो चीज अब नहीं होने वाली, क्योंकि जहां पे कोई भी रिपोर्ट उल्टी आई इन्होंने उठा के फिर से बढ़ाना शुरू कर दिया। तो ये टेम्परेरी होल्ड चाहेगा, लेकिन अभी मैं 1 सितंबर की वेट करना चाहूंगा, उससे पहले। अच्छा मोंगा साहब, देखिए ना तो टमाटर का दाम कम हुआ, ना गोभी का कम हुआ। समर टाइम में ये सब तो यहाँ पे ग्रो होता है, ये भी कुछ कम नहीं हुआ। वाटरमेलन जो $4.99 होता है वो भी $6-7 का बिक रहा है ना, तो महंगाई तो कुछ कम हुई नहीं है। बाकी जो मेन दूसरा पॉइंट है, जो सबसे बड़ा महंगा खर्चा है घरों का, किराया, मॉर्गेज, ये सब ना, तो जब तक ये कुछ काबू में नहीं आएगा, थोड़ा सा मुझे इसको शायद नीचे करने की कोशिश कर रहे हैं। जी आपका बहुत बहुत धन्यवाद, थैंक यू सो मच। थैंक यू सर। जी मोगा साहब, मैं एक लाइन बोलना चाहता हूँ। ये सोच भी है, और गिरीश जी की सोच बिल्कुल अपने पॉइंट ऑफ व्यू से ठीक है, क्योंकि हर किस्म की सोच वाले लोग होते हैं, जिसको हम हिंदी में तेजड़िया और मंदड़िया कहते हैं। तो इनकी सोच थोड़ी सी मैंने देखा मंदड़िया की टाइप की है, और आई रिस्पेक्ट दैट कि भाई मैंने कभी इनको पॉजिटिव जो है ना, तेजड़िया वाला जो होता है, बियर एंड बुश जिसे कहते हैं, बियर एंड बुल वाली बात, बुल वाला थिंकिंग नहीं देखी। एंड ये हर किस्म के लोग, आप भी देखा, आप शेयर मार्केट में लोग होते हैं, लेकिन हम पॉजिटिव सोच रखें तो बहुत कुछ उसमें भी हल हो जाता है। गुरबानी में भी लिखा है 1.25 लाख से 1 लड़ाऊं। इसका मतलब ये नहीं है कि एक बंदा 1.25 लाख से लड़ने चला गया था, लेकिन यस उसके अंदर ये था कि चाहे 1.25 लाख आ जाएंगे मैं लड़के दिखा दूंगा। और ये भी सोच होती है कि वो लोग थे 2 और हम थे सिर्फ 10। बताओ, बोलने का तरीका ही बदल गया। वो थे 2 को बहुत ज्यादा बता रहा है, और हम थे सिर्फ 10। बल्कि होना उल्टा चाहिए कि वो थे सिर्फ 2, हम थे 10, तो लड़ाई में हम हार गए। तो ये सोच के ऊपर भी डिपेंड करता है मेरे ख्याल से, एंड वी शुड रिस्पेक्ट एवरी एस्पेक्ट ऑफ द थिंकिंग, हर किस्म के लोगों की। और मेरा भी यही मानना है कि मुझे अभी तक तो चांसेस, मैंने पिछले शो में भी कहा था, टिल्टेड टुवर्ड्स कि ये होल्ड में जाएगा। लेकिन मैं एक बात यहाँ पर और बताना चाहता हूँ कि फेलियर चाहे जैसे मर्जी कहें, लेकिन अगर आप G7 की जो मैं पीछे बैठे हुई थी उनकी अगर रिपोर्ट देखो, तो उन्होंने ये कहा था कि बेस्ट कैनेडियन इकोनॉमी को ढंग से हैंडल किया गया है। आप यूके देख लीजिए वहां पर क्या हाल हो रहा है, आप यूएस में देख लीजिए क्या हो रहा है। अब अपनी अपनी बात है, घर के अंदर हम लोग नहीं इस बात को मान रहे, हम लोग दुखी हो रहे हैं, पर जब हम दूसरी इकोनॉमीज को देखें तो हमें लगता है कि हम सबसे बहुत अच्छा चल रहे हैं। जी ठीक है जी, तो बिल्कुल सही किया है। एक्चुअली अगर तुसी आज की रिपोर्ट देखो ना, यूके की इकोनॉमी हले भी 6 पॉइंट समथिंग से चल रही थी इन्फ्लेशन। वही तो मैं कह रहा था सर, ਅਸੀਂ 3.3 थी आज, ਉਹਨਾਂ ਦੀ हले थल्ले आई है, मतलब थल्ले आने के बाद भी वो 6.6 के करीब है। सो वो प्रेज कर रहे हैं कैनेडियन इकोनॉमी को, जिस ढंग से हैंडल किया जा रहा है। जी 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 ठीक है जी, थैंक यू ਵਰਮਾ ਜੀ। हाँ जी, ਅਸੀਂ अगले कॉल ਵਧਾਂਗੇ जी। अनिल जी ਤੁਸੀਂ ਆਉਂਦੇ ਰਹੋ। अनिल जी को है। हाँ जी, सभी बुद्धिजीवियों को नमन है जी मेरा। नमस्कार सर। हाँ जी, मेरा प्रश्न ये है कि जब किसी सरकार की कोई नीति विफल हो जाती है
तो क्या उसी के ऊपर आगे बढ़ते चले जाना चाहिए या उसके ऊपर पुनः विचार करना चाहिए? तो मैं अगले मुख्य प्रश्न पे आता हूँ। विचार करना चाहिए सर, बिल्कुल। अब देखिए, जो आज जो इन्फ्लेशन बढ़ रही है, इसका कारण है तेल के ऊपर कोई काम नहीं हो रहा है और ये ब्याज पे ब्याज बढ़ाए जा रहे हैं। यानी कि जो नागरिक है उसका सैंडविच बना दिया इन्होंने, एक तरफ से ब्याज, दूसरी तरफ से आवश्यकताओं की कीमत बढ़ी। उन्होंने सैंडविच बना के पूरा रोस्ट करने की तैयारी कर रखी है इन्होंने। तो क्या इनको अपनी नीति के ऊपर पुनः विचार नहीं करना चाहिए कि हमें तेल के ऊपर कोई काम नहीं हो रहा, तेल की कीमत है वो $2 की तरफ जा रही है, तो सरकारों को इस पर क्यों काम करना चाहिए ना? आपका क्या विचार है? क्या सैंडविच नहीं बना दिया गया या अभी बनना बाकी है? एक चीज मैं यहाँ पे थोड़ा सा मेरे ख्याल हम डिस्कनेक्ट हो जाते हैं अनिल जी इकोनॉमी से, जो हम जब ये बात करना शुरू कर देते हैं। ऑयल प्राइस हमारी कंट्री डिसाइड नहीं करती है, वर्ल्ड लेवल पे डिसाइड होता है। ये ट्रेड हो रहा है, ये मार्केट फोर्सेस डिसाइड करती हैं पूरी दुनिया की। सो बेसिकली जब अगर क्रूड $80 पे ट्रेड हो रहा है तो आपको वो $40 पे कैसे मिल सकता है मार्केट से, इंटरनेशनल मार्केट में? जब इंटरनेशनल मार्केट हो तो हमारे कंट्री की नीति, राजनीति, बैंक ऑफ कनाडा, उनकी तो मैं सॉरी ऐसे वर्ड यूज कर रहा हूँ, औकात भी नहीं है जो इसको वो कुछ कर सके, क्योंकि इस वक्त तो आम आदमी डिसाइड कर रहा है पूरी दुनिया का, जो वो ट्रेड कर रहा है या खरीद रहा है या बेच रहा है। इतनी बड़ी बड़ी कंट्रीज उसको ट्रेड कर रही हैं, जो मार्केट में रेट है उसी रेट में बिकेगा, कुछ चॉइस ही नहीं है सर। तो मेरे ख्याल से यहाँ नीति कुछ मतलब ही नहीं रखती है। जी नहीं जी, मैं सहमत नहीं हूँ जी आपके विषय के, आपके जो आपने विचार दिए, मैं सहमत नहीं हूँ आपके साथ कि इसके अंदर, क्योंकि मेरे असहमति का कारण ये है कि जो अगर तेल के ऊपर काम नहीं हो रहा है तो इसका काम, अगर व्यापार को उन्मुख नहीं छोड़ा जा सकता, खुला नहीं छोड़ा जा सकता। एक चीज की कीमत यदि पहले $1 थी, आज $2 होने जा रही है, यानी कि कहीं कहीं व्यापारियों का खेल है। तो उस व्यापारियों को व्यवस्थित कौन करेगा, उनको रोकेगा कौन? ये भी तो हमारी सरकारों का ही काम है। जो सरकारों को पूरी दुनिया का व्यापारी को रोकने का हमारी सरकार का काम है। नहीं, व्यापारी अगर किसी चीज की कीमत $2 हो गई है, डबल हो गई है, तो इसके ऊपर कौन काम करेगा? सर पूरी दुनिया की लोगों ने ट्रेड करके उसको डबल कर दिया, तो हाँ, तो इसको व्यवस्थित कौन करेगा? क्या इसको ऐसे पूछना चाह रहा हूँ ना आपसे अब मेरा क्वेश्चन आपसे, क्या कनाडा सरकार पूरी दुनिया के ट्रेड को कंट्रोल कर सकती है? अलग तो जला सकती है ना। लोगों को अपने जो जितना भी राजनीतिक परिदृश्य के अंदर लोग वैश्विक लोग बैठे हुए हैं, उनको कहीं एक बुला के, एक किसी मीटिंग को बुला के आह्वान तो कर सकती है ना। कहीं लगे तो कनाडा की जो पूरी इकोनॉमी है वो $2.5 ट्रिलियन के करीब है इस वक्त। यूएस की जो है 18-20 ट्रिलियन, इतनी बड़ी कंट्री है वो। चाइना जो है बहुत, मेरे ख्याल 14-15 के करीब वो पहुंच चुकी। हमारी तो वो इतनी कुछ है ही नहीं कि हमें तो अगर यूएस चीख मार दे तो हमें 100 से प्लस का बुखार हो जाता है सर। मैं पीके जी की बात कर रहा हूँ। अभी हम 2 थे, वो 10 थे। मैं पीके जी की अभी की बात, अभी ताजी बात है उस जी। तो मैं इसलिए कह रहा हूँ, हम 2 थे, वो 10 थे। तो नहीं, वो 2 थे, हम 10 थे सर। मैंने कहा था वो 2 थे, हम 10 थे। हाँ जी, वही मैं कह रहा हूँ ना। तो बात है ना, मैं पीके जी की बात का उदाहरण दे रहा हूँ। वो अपने आप में मेरी बात को स्थापित करने के लिए पर्याप्त है। देखिए, कहीं ना कहीं बातचीत होनी चाहिए। सरकार के ऊपर जो लोग बैठे हुए हैं, सत्ताओं में बैठे हुए हैं, उनका समाज एक सामान्य नागरिक के प्रति कोई ना कहीं उनका कोई ना कोई उनका कोई ना कहीं उनकी दायित्व बनता है। उसके लिए भी सर एक चीज और एक्सप्लेन कर दूं मैं अनिल जी आपको। बहुत अच्छी चीजें आप इससे बहुत लोगों को मेरे ख्याल जानकारी मिल रही है। बहुत अच्छे क्वेश्चन कर रहे हैं अनिल जी। इस वक्त यूएस अगर यूएस की चले ना, इस वक्त चाहे नहीं चले, तो वो इसको $60 पे लेके आ जाए क्रूड को 80 से, क्योंकि उसको भी महंगा पड़ रहा है। पिछले दिनों जब सऊदी, रशिया, चाइना मिलके, ये तो इतनी बड़ी राजनीति चल रही है। कनाडा तो साइड में बैठा हुआ है सर, ऑयल पे राजनीति चल रही है इस वक्त वर्ल्ड में। वो चाहते हैं कि क्रूड का रेट ऊपर जाए
ताकि उनको बेनिफिट हो, और यूएस चाहता है कि क्रूड का रेट नीचे आए, क्योंकि अगर यूएस को वो बेनिफिट नहीं हो रहा है उस चीजों में, तो यूएस को ना रशिया की आर्मी को उन्होंने पैसा देना है, जितना ऑयल ऊपर चला जा रहा है रशिया उसको बस बल्कि यूज करना शुरू कर रहा है उस पैसे को। सो बेसिकली इस वक्त ऑयल पे तो इतनी बड़ी राजनीति चल रही है कि हम बहुत छोटे हैं। अब चीजें चल रही हैं, यूएस ने अपने रिजर्व से जब इन्होंने काटना शुरू किया था ऑयल, मिलियंस ऑफ बैरल जो डेली का उन्होंने काटा था सऊदी ने और बाकी ऑयल प्रोड्यूसिंग कंट्री ने, ओपेक कंट्रीज ने, तो यूएस ने बल्कि प्राइस नीचे रखने के लिए अपना रिजर्व रिलीज करना शुरू कर दिया था, और उन्होंने कोशिश की नीचे रखने की, लेकिन वो कितना का रिजर्व ऊपर कर देंगे। सो ये सारी चीजें वहां इतने बड़े लेवल पे चल रही है, तो यहाँ हमारे जो राजनेता या जो हमारे बड़े बड़े दिग्गज बैठे हुए हैं, जो कनाडा के लिए बड़े दिग्गज हैं, वो इस चीजों में कुछ नहीं कर सकते। बस मैं एक छोटी सी बात ये है कि क्या ये जो इंटरेस्ट रेट बढ़ाने से इस समस्या का निदान हो पाएगा, जबकि तेल की प्राइस बढ़ रही है, तो इसका हम कुछ हल देख रहे हैं? अगर हम ये बोले कि आज तक इसका इफेक्ट नहीं आया तो हम गलत हैं, क्योंकि हम 8.5-9% से 3% पे आ गए इन्फ्लेशन। इसके बाद भी अगर कोई बोले कि इसका इफेक्ट नहीं आ रहा है, तो मैं अगर सामने रिपोर्ट पढ़ी है, सब कुछ पिछले 1 साल के अंदर अंदर, 1.5 साल के अंदर अंदर ये हुआ है कि इतना नीचे आ गई है इन्फ्लेशन, तो उसके बाद भी अगर कोई कहे कि इसका कोई इफेक्ट नहीं आ रहा, तो मैं तो कुछ बोल ही नहीं सकता जी। वहां पे मैं कुछ कहने लायक हुई नहीं वहां पे, क्योंकि रिपोर्ट्स कुछ और कह रही है। थैंक यू, बहुत शुक्रिया जी, थैंक यू आपका। और जी सर, ਸਾਡੇ ਅਗਲੇ ਜਿਹੜੇ ਕਾਲਰ ਨੇ ਉਹਨਾਂ ਨੇ ਇੱਕ ਬੜਾ ਅਹਿਮ ਸਵਾਲ ਪੁੱਛਿਆ। ਉਹ ਕਹਿ ਰਹੇ ਨੇ ਕਿ ਵੀ ਉਹ ਐਗਰੀ ਨਹੀਂ ਕਰ ਰਹੇ ਕਿ ਜਿਹੜੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਸਾਨੂੰ ਹੋਰ ਜ਼ਿਆਦਾ ਇਮੀਗ੍ਰੈਂਟਸ ਦੀ ਜ਼ਰੂਰਤ ਹੈ ਕਿ ਟੂ ਸਸਟੇਨ ਦ ਸਰਵਿਸਿਜ਼ ਦੈਟ ਵੀ ਆਰ ਗਿਵਿੰਗ। ਉਹ ਕਹਿੰਦੇ ਤੇ ਉਹ ਗੱਲ ਹੋ ਗਈ ਵੀ ਅਸੀਂ ਘਰ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਹੋਰ ਜ਼ਿਆਦਾ ਟੈਨੈਂਟਸ ਪਾਈ ਜਾ ਰਹੇ ਹਾਂ, ਤੇ ਇਸ ਕਾਰਨ ਉਹ ਕਹਿੰਦੇ ਕਿ ਨਹੀਂ, ਸਰਕਾਰ ਨੂੰ ਇਹਦੇ ਲਈ ਜਾਂ ਕਿਸੇ ਨੂੰ ਕੋਈ ਕੰਪੀਟੀਟਿਵ ਚੀਜ਼ ਕਰਨੀ ਚਾਹੀਦੀ ਹੈ। ਜੀ ਗੋ ਹੈਡ ਪੀਕੇ ਜੀ। ਪੀਕੇ ਜੀ, पंकज जी ਤੁਸੀਂ ਦੱਸੋਗੇ ਇਸ ਬਾਰੇ? ਮੈਂ ਤੇ ਕਹਿ ਬੈਠਾ ਕਿ ਸਾਡੀ ਇਕਨੋਮੀ ਸਰਵਾਈਵ ਹੀ ਨਹੀਂ ਕਰ ਸਕਦੀ ਵਿਦਆਊਟ ਨਿਊ ਇਮੀਗ੍ਰੈਂਟ। ਸਾਡੀ ਤੇ ਇਕਨੋਮੀ ਮੇਰੇ ਸਾਹਮਣੇ ਸਰਵਾਈਵ ਕਰਨੀ, ਬਜ਼ੁਰਗ ਜ਼ਿਆਦਾ ਹੋ ਗਏ ਨੇ, ਉਹਨਾਂ ਨੂੰ ਪੇਮੈਂਟ ਦੇਣ ਵਾਸਤੇ ਉਹਨਾਂ ਕੋਲ ਪੈਸਾ ਨਹੀਂ ਹੈਗਾ, ਕਮਾਉਣ ਵਾਲੇ ਬੰਦੇ ਇੰਨੇ ਘੱਟ ਹੋ ਗਏ ਨੇ ਕਿ ਉਹ ਕਮਾਉਣਗੇ ਤੇ ਬਜ਼ੁਰਗਾਂ ਨੂੰ ਪਾਲਣਗੇ। ਤੁਸੀਂ ਦੱਸੋ ਜੀ। ਮੈਂ ਜੋ ਕਹਿਣਾ ਸੀ ਕਹਿਤਾ। ਇਸ ਵੇਲੇ ਸਾਡੀ ਕੰਟਰੀ ਹਰ 5 ਚੋਂ 1 ਬੰਦਾ ਰਿਟਾਇਰਮੈਂਟ ਤੇ ਬੈਠਾ ਹੈ, ਹਰ 5 ਚੋਂ, मतलब 4 ਰਹਿ ਗਏ। ਸੋ 5ਵਾਂ ਹਿੱਸਾ ਬਿਲਕੁਲ ਰਿਟਾਇਰ ਹੋਣਾ ਸ਼ੁਰੂ ਹੋ ਚੁੱਕਿਆ ਹੈ, ਔਰ ਉਸ ਤੋਂ ਥੱਲੇ ਵਾਲਾ ਜਿਹੜਾ ਚੌਥਾ ਬੰਦਾ ਹੈ ਉਹ ਵੀ ਉਹ ਸਟੇਜ 'ਚ ਹੈ ਜਿਹੜਾ ਕਿ ਅਸੀਂ 55 ਤੋਂ 65 ਦੇ ਵਿੱਚ ਲਾ ਸਕਦੇ ਹਾਂ। ਮਤਲਬ ਅਸੀਂ ਹੁਣ ਲਗਭਗ 5 ਤੋਂ 2 ਬੰਦੇ ਬਾਹਰ ਕੱਢ ਦਿੱਤੇ ਨੇ ਹੋਰ ਅਗਲੇ 5-7 ਸਾਲਾਂ 'ਚ। ਬਿਲਕੁਲ। ਤੇ ਜਿੰਨੇ ਵੀ ਉਹ ਲੋਕ ਨੇ, ਤੁਸੀਂ ਇਹ ਮੰਨ ਕੇ ਚੱਲੋ ਸਰ, 50 ਤੱਕ ਪਹੁੰਚਦੇ 1 ਅੱਧੀ ਗੋਲੀ ਤਾਂ ਲੱਗ ਹੀ ਜਾਂਦੀ ਹੈ ਹਰੇਕ ਨੂੰ। ਬਹੁਤ ਰੇਅਰ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਜੀ ਬਿਲਕੁਲ ਮੈਂ ਤਾਂ 80 ਤੇ ਵੀ ਬਿਲਕੁਲ ਕੋਈ ਗੋਲੀ ਨਹੀਂ ਲੈਂਦਾ। ਬਹੁਤ ਵਧੀਆ ਜੀ, ਉਹਨਾਂ ਨੇ ਬਹੁਤ ਵਧੀਆ ਆਪਦਾ ਕੀਤਾ, ਜੋ ਵੀ ਉਹਨਾਂ ਨੇ ਆਪਦਾ ਐਕਸਰਸਾਈਜ਼ ਕੀਤੀ ਹੈ, ਆਪਦਾ ਫੂਡ ਕੰਟਰੋਲ ਕੀਤਾ ਜੋ ਵੀ, ਲੇਕਿਨ ਨਾਰਮਲੀ 50 ਦੇ ਬਾਅਦ ਗੋਲੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਹੈਲਥ ਸਿਸਟਮ ਸਾਡਾ ਇਸ ਵੇਲੇ ਐਸੀ ਜਿਵੇਂ ਪੀਕੇ ਜੀ ਕਿਹਾ ਕਿ ਅਸੀਂ ਬੇਸਿਕਲੀ ਗ੍ਰੇ ਸ਼ਿਫਟ ਦੀ ਤਰਫ ਹਾਂ। ਸਾਡੇ ਕੋਲ 18 ਸਾਲ ਦੇ ਬੱਚੇ ਘੱਟ ਨੇ ਤੇ 65 ਸਾਲ ਦੇ ਲੋਕ ਜ਼ਿਆਦਾ ਨੇ ਇਸ ਕੰਟਰੀ 'ਚ। ਸੋ ਜਾਂ ਅਸੀਂ ਉਹਨਾਂ ਨੂੰ ਪੈਨਸ਼ਨਾਂ ਵੀ ਦੇਣੀਆਂ ਨੇ, ਅਸੀਂ ਉਹਨਾਂ ਨੂੰ ਹੈਲਥ ਸਿਸਟਮ ਤੇ ਵੀ ਹਸਪੀਟਲ ਭਰੇ ਹੋਏ ਨੇ, ਉਹਨਾਂ ਨਾਲ ਹੀ ਭਰੇ ਹੋਏ ਨੇ। ਅਸੀਂ ਅਗਰ ਇਮੀਗ੍ਰੇਸ਼ਨ ਨਹੀਂ ਲੈ ਕੇ ਆਵਾਂਗੇ ਤਾਂ ਸਾਡੇ ਕੋਲ ਓਨੇ ਟੈਕਸਿਸ ਨਹੀਂ ਹੈਗੇ ਕਿ ਅਸੀਂ ਇਹ ਸਾਰਾ ਸਿਸਟਮ ਅਗਲੇ 5-7 ਸਾਲ ਬਾਅਦ ਚਲਾ ਸਕੀਏ। ਫਿਰ ਕੀ ਹੋਵੇਗਾ? ਟੈਨਸ਼ਨਾਂ ਕੱਟਣੀਆਂ ਸ਼ੁਰੂ ਹੋਣਗੀਆਂ, ਹਸਪੀਟਲ ਹੋ ਸਕਦਾ ਹੈ ਵਾਰਡ ਦੇ ਵਾਰਡ ਬੰਦ ਕਰ ਦੇਣ, ਅਸੀਂ ਉਸ ਹਾਲਾਤ 'ਚ ਪਹੁੰਚ ਜਾਈਏ, ਜਾਂ ਸਾਰਾ ਹੈਲਥ ਕੇਅਰ ਸਿਸਟਮ ਪ੍ਰਾਈਵੇਟਾਈਜੇਸ਼ਨ ਕਰਨਾ ਪਵੇ ਕਿ ਅਸੀਂ ਉਹ ਖਰਚਾ ਨਹੀਂ ਕਰ ਪਾ ਰਹੇ ਹਾਂ। ਸੋ ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਅਗਰ ਅਸੀਂ ਇਮੀਗ੍ਰੇਸ਼ਨ ਨਹੀਂ ਲਿਆਂਦੀ। ਬਟ ਯੁਧਵੀਰ ਜੀ ਨੇ ਇੱਕ ਬਹੁਤ ਅੱਛੀ ਗੱਲ ਕਹੀ ਸੀ, ਕੋਈ ਰਿਪੋਰਟ ਆਈ ਹੈ ਜਿਹੜੀ ਸਾਡੇ ਸਟੂਡੈਂਟ ਵੀ ਬਹੁਤ ਜ਼ਿਆਦਾ ਕੰਟਰੀਬਿਊਟਰ ਨੇ ਹਾਊਸਿੰਗ 'ਚ, ਕਿਉਂਕਿ ਉਹ ਲਗਭਗ 6 ਲੱਖ ਸੀਗੇ ਮੇਰੇ ਖਿਆਲ ਪਿਛਲੇ ਸਾਲ ਜਦੋਂ ਇਹ 1 ਮਿਲੀਅਨ ਹੋਈ ਹੈ। 4 ਲੱਖ ਦੇ ਕਰੀਬ ਇਮੀਗ੍ਰੈਂਟ ਸੀਗੇ, 6 ਲੱਖ ਦੇ ਕਰੀਬ ਟੈਂਪਰੇਰੀ ਸੀ। ਸੋ ਸਾਨੂੰ ਸਟੂਡੈਂਟਸ ਬਾਰੇ ਸੋਚਣਾ ਪਏਗਾ, ਉਹਨਾਂ ਨੂੰ ਕਿਤੇ ਡਿਵਾਈਡ ਕਰਨਾ ਪਏਗਾ, ਕਿਉਂਕਿ ਉਹ ਇੱਕ ਜਗ੍ਹਾ ਤੇ ਕਲਸਟਰ 'ਚ ਰਹਿ ਰਹੇ ਨੇ, ਔਰ ਉਹ ਸਿਰਫ ਇਹ ਸਰੀ, ਬਰੈਂਟਨ, ਮਿਸੀਸਾਗਾ ਇਸ ਏਰੀਆ 'ਚ ਭਰੇ ਪਏ ਨੇ ਸਾਰੇ।
ਲੇਕਿਨ ਉਹਨਾਂ ਨੇ ਐਡਮਿਸ਼ਨ ਲੈ ਰੱਖੇ ਨੇ ਨਾਇਗਰਾ ਕਾਲਜ 'ਚ, ਉਹਨਾਂ ਨੇ ਲੇਕ ਹੈਡ ਪਤਾ ਨਹੀਂ ਕਿਤੇ ਬੈਰੀ ਵੈਰੀ ਕਿਤੇ ਉਸ ਤੋਂ ਵੀ ਅਗਾ ਉੱਥੇ ਯੂਨੀਵਰਸਿਟੀਆਂ 'ਚ ਐਡਮਿਸ਼ਨ ਲੈ ਰੱਖੇ ਨੇ, ਲੇਕਿਨ ਉਹ ਰਹਿੰਦੇ ਸਾਰੇ ਇੱਥੇ ਤੇ। ਸੋ ਸਾਨੂੰ ਕੁਛ ਨਾ ਕੁਛ ਪ੍ਰੋਵਿੰਸ਼ੀਅਲ ਪਾਲਿਸੀ ਚਾਹੀਦੀ ਹੈ ਇਹਦੇ ਤੇ, ਜਿੱਥੇ ਕਿ ਇਹਨਾਂ ਨੂੰ ਡਿਵਾਈਡ ਕੀਤਾ ਜਾ ਸਕੇ। ਜਿੱਥੇ ਐਡਮਿਸ਼ਨ ਲਿੱਤਾ ਹੈ ਤੁਸੀਂ ਉੱਥੇ ਹੀ ਪੜ੍ਹੋ ਤਾਂ ਕਿ ਉਹਨਾਂ ਦਾ ਇੰਟੀਗ੍ਰੇਸ਼ਨ ਵੀ ਹੋਵੇ। ਹੁਣ ਕੀ ਹੋ ਰਿਹਾ, ਉਹ ਸਾਰੇ ਆਪਸ 'ਚ ਰਹਿ ਰਹੇ ਨੇ, ਆਪਸ 'ਚ ਹੀ ਉਹ ਗੱਲ ਕਰ ਰਹੇ ਨੇ, ਉਹਨਾਂ ਨੂੰ ਨਾ ਇੰਗਲਿਸ਼ ਬੋਲਣ ਦੀ ਜ਼ਰੂਰਤ ਹੈ ਨਾ ਉਹਨਾਂ ਨੂੰ ਕੋਈ ਹੋਰ ਕੰਮ, ਸਾਰਾ ਕੁਝ ਉਹਨਾਂ ਨੂੰ ਆਪਦੀ ਭਾਸ਼ਾ 'ਚ ਹੀ ਮਿਲ ਜਾਂਦਾ ਹੈ। ਸੋ ਉਹ ਆਪਦੇ ਹਿਸਾਬ ਨਾਲ ਰਹਿ ਰਹੇ। ਸੋ ਉਹ ਇਸ ਵੇਲੇ ਮੇਰੇ ਖਿਆਲ ਕਾਫੀ ਸਾਡੇ ਜਿਹੜੇ ਤੁਸੀਂ ਕਹਿ ਰਹੇ ਹੋ 5-5 ਲੋਕ ਅਸੀਂ ਭਰ ਲਾਂਗੇ ਜਾਂ ਜੋ ਵੀ ਰੈਂਟਲ ਤੇ ਭਰਦੇ ਜਾ ਰਹੇ ਹਾਂ, ਉਹ ਤੁਸੀਂ ਉਸੇ ਤਰ੍ਹਾਂ ਇਸ਼ਾਰਾ ਕਰ ਰਹੇ ਹੋ ਬੇਸਿਕਲੀ। ਸੋ ਸਾਨੂੰ ਉਹਦੇ ਵਾਸਤੇ ਕੁਝ ਪਾਲਿਸੀ ਦੀ ਜ਼ਰੂਰਤ ਹੈ, ਅਦਰਵਾਈਜ਼ ਇਮੀਗ੍ਰੇਸ਼ਨ ਸਾਨੂੰ ਜ਼ਰੂਰਤ ਹੈਗੀ ਹੈ ਜੀ। ਜੀ ਅਗਲੀ ਕਾਲ ਜੀ ਗੁਰਸ਼ਰਨ ਜੀ, ਤੁਸੀਂ ਆਉਂਦੇ ਰਹੋ। ਗੁਰਸ਼ਰਨ ਜੀ ਵੀਰੋ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਪੀਕੇ ਜੀ, ਆਪਣੇ ਮੋਗਾ ਸਾਹਿਬ ਮੇਰੀ ਗੱਲ ਸਿਰਫ ਇਹ ਸੀਗੀ ਤੇ ਦੇਖੋ ਤੁਸੀਂ ਕਹਿੰਦੇ ਮਹਿੰਗਾਈ 9-10 ਤੋਂ ਥੱਲੇ ਆ ਗਈ 3 ਤੱਕ। ਹਾਂਜੀ। ਤਾਂ ਜੇ 6 ਮਹੀਨੇ ਚ ਸਾਲ ਹੋਰ 3 ਤੇ ਰਹਿ ਵੀ ਗਈ ਤਾਂ ਵੀ ਕਿਤੇ ਧਰਮਰਾਜ ਨੇ ਥੋੜ੍ਹਾ ਕਿਹਾ ਹੈਗਾ ਵੀ ਤੁਸੀਂ 2 ਤੇ ਲਿਆਣ ਕੇ ਰੱਖਣੀ ਹੈਗੀ ਆ। ਇੰਟਰਸਟ ਰੇਟ ਇੰਨਾ ਵਧਾਈ ਚਲੇ ਜਾਣ ਡਏ ਆ ਤੇ ਦੂਸਰੇ ਪਾਸੇ ਵੀ ਇਹਨੂੰ ਦੇਖਣਾ ਚਾਹੁੰਦਾ ਲੋਕੀ ਹੋਰ ਨਹੀਂ ਕਰ ਸਕਦੇ ਐਡੀਆਂ ਜ਼ਿਆਦਾ ਮੌਰਗੇਜਾਂ ਨੂੰ। ਇਹਨਾਂ ਨੂੰ ਜੇ 6 ਮਹੀਨੇ ਜਾਂ ਸਾਲ ਮਹਿੰਗਾਈ 3 ਤੇ ਵੀ ਰਹਿ ਗਈ ਤੇ ਤਾਂ ਉੱਥੇ ਕੀ ਫਰਕ ਪੈਂਦਾ ਹੈਗਾ। ਇਹਨਾਂ ਦੀ ਤਾਂ ਗੱਲ ਇਹੀ ਆ ਵੀ ਜਾਣੀ ਕਿ ਚਲੋ ਪੜ੍ਹੇ ਲਿਖੇ ਬੰਦੇ ਐਸੀ ਗੱਲ ਨਹੀਂ ਕਹੀ ਜਿਹੜੇ ਆਪਰੇਟ ਕਰ ਰਹੇ ਇਸ ਕੰਟਰੀ ਨੂੰ, ਪਰ ਥੋੜਾ ਜਿਹਾ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਕੋਈ ਗੱਲ ਨਹੀਂ ਯਾਰ 3 ਤੇ ਵੀ ਰਹਿ ਗਈ ਸਾਲ, 1 3.5 ਤੇ ਵੀ ਚੱਲ ਗਈ ਤਾਂ ਐਡਾ ਕੋਈ ਵੱਡਾ ਪਹਾੜ ਨਹੀਂ ਡਿੱਗਣ ਲੱਗਾ। ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਤੇ ਮੈਂ ਸੁਣਦਾ ਜੀ ਤੁਸੀਂ 100% ਸਹੀ। ਬਿਲਕੁਲ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਗੱਲ ਸੁਣ ਕੇ, ਮੈਨੂੰ ਵੀ ਖੁਸ਼ੀ ਹੋਈ। ਹੁਣ ਸਿਚੁਏਸ਼ਨ ਮੈਂ ਤੁਹਾਨੂੰ ਸਮਝਾਣਾ ਹੋ ਕੀ ਰਿਹਾ। ਹੁਣ ਇਸ ਵੇਲੇ ਅਸੀਂ 3.3 ਤੇ 2.8 ਤੋਂ ਵਾਪਸ 3.3 ਤੇ ਆ ਗਏ। ਬੈਂਕ ਆਫ ਕੈਨੇਡਾ ਦੀਆਂ ਅਗਰ ਸਟੇਟਮੈਂਟ ਦੇਖੀਏ ਤੁਸੀਂ, ਸਟੀਵਨ ਪੋਲੋਜ਼ ਦੀਆਂ ਸਟੇਟਮੈਂਟ ਅਗਰ ਤੁਸੀਂ ਦੇਖੋ ਸਾਰੀਆਂ, ਸੋ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਲ 1.5 ਸਾਲ ਸਾਨੂੰ 3 ਤੋਂ 2 ਚ ਆਉਣ ਚ ਸਾਨੂੰ ਟਾਈਮ ਲੱਗੇਗਾ। ਕਿਉਂਕਿ ਉਹ ਇੰਨਾ ਤੇਜ਼ੀ ਨਾਲ ਇੰਟਰਸਟ ਰੇਟ ਨਹੀਂ ਵਧਾਉਣਾ ਚਾਹ ਰਹੇ ਕਿ ਅਸੀਂ 2% ਤੇ ਕੱਲ ਲਿਆ ਕੇ ਖੜਾ ਕਰ। ਇਹ ਉਹਦਾ ਬਹੁਤ ਵੱਡਾ ਰੀਜ਼ਨ ਹੈ ਉਹਦੇ ਚ। ਬਟ ਉਹ ਇਹ ਵੀ ਕਹਿ ਰਹੇ ਨੇ ਨਾਲ ਕਿ ਅਸੀਂ ਥੱਲੇ ਵੀ ਨਹੀਂ ਲੈ ਕੇ ਜਾਵਾਂਗੇ ਤਾਂ ਕਿ ਇਹ ਇੱਥੇ ਰੱਖ ਕੇ ਜਾਂ ਹੋਰ ਇੱਕ ਅੱਧਾ ਹੋਰ ਵਧਾਉਣਾ ਪੈ ਗਿਆ ਕਿਸੇ ਵੇਲੇ ਤਾਂ ਵਧਾ ਕੇ ਇਹਨੂੰ ਇੱਥੇ ਹੀ ਰੱਖਿਆ ਜਾਵੇ। ਸੋ ਤੁਸੀਂ ਬਿਲਕੁਲ ਸਹੀ ਹੋ। ਔਰ ਬੈਂਕ ਆਫ ਕੈਨੇਡਾ ਤੁਹਾਡੇ ਜਿਵੇਂ ਤੁਹਾਡੀ ਜਿਹੜੀ ਥਿੰਕਿੰਗ ਹੈ ਉਸੇ ਹਿਸਾਬ ਨਾਲ ਹੀ ਚੱਲਦਾ ਪਿਆ। ਉਹ 3% 3.5% ਤੇ ਰਹਿ ਕੇ ਥੋੜਾ ਅਗਰ ਇੱਕ ਉਹਦਾ 25 ਵਧਾਣਾ ਪੈ ਗਿਆ ਉਹ ਧੀਰੇ ਧੀਰੇ ਥੱਲੇ ਲਿਆਣਾ ਚਾਹ ਰਿਹਾ, ਨਾ ਕਿ ਇੱਕਦਮ ਸਿੱਟਣਾ ਚਾਹ ਰਿਹਾ ਇੰਟਰਸਟ ਰੇਟ ਹੁਣ ਇਸ ਤੋਂ ਜ਼ਿਆਦਾ ਉੱਪਰ ਲੈ ਜਾ ਕੇ। ਸੋ ਇਸ ਵਾਸਤੇ ਅਸੀਂ ਕਹਿ ਵੀ ਰਹੇ ਹਾਂ 70% ਚਾਂਸਿਸ ਨੇ ਕਿ ਅਬ ਕੀ ਬਾਰ ਨਹੀਂ ਵਧੇਗਾ, ਚਾਹੇ ਇਨਫਲੇਸ਼ਨ ਉੱਪਰ ਆਈ ਹੈ। 70% ਹਲੇ ਵੀ ਚਾਂਸਿਸ ਨੇ ਕਿ ਨਹੀਂ ਵਧੇਗਾ। ਤੁਹਾਡੀ ਜਿਹੜੀ ਥਿੰਕਿੰਗ ਹੈ ਬਿਲਕੁਲ ਸਹੀ ਹੈ ਗੁਰਸ਼ਨ ਜੀ। ਥੈਂਕ ਯੂ। ਔਰ ਇੱਕ ਗੱਲ ਹੋਰ ਵੀ ਹੈ, ਉਹਨਾਂ ਦਾ ਇਹ ਵੀ ਮੰਨਣਾ, ਜੋ ਮੈਂ ਇੱਕ ਵਾਰ ਸਟੇਟਮੈਂਟ ਪੜ੍ਹ ਰਿਹਾ ਸੀਗਾ ਕਿ ਇਟ ਇਜ਼ ਏ ਕਾਈਂਡ ਆਫ ਕਾਊਂਟਰ ਅਟੈਕ। ਇੱਕ ਕਿਸਮ ਦਾ ਕਾਊਂਟਰ ਅਟੈਕ ਹੈਗਾ ਕਿ ਅਸੀਂ ਹੁਣੇ ਹੀ ਤੋਂ ਹੀ ਹੋਰ ਦਬਾ ਦਈਏ, ਇਹ ਨਾ ਕਿ ਅਸੀਂ ਰੁਕ ਜਾਈਏ ਤੇ ਫਿਰ 2.8 ਤੋਂ ਵੜ ਕੇ 3.3 3.3 ਤੋਂ ਵੱਧ ਕੇ 4 ਨਾ ਹੋ ਜਾਏ, ਉਲਟਾ ਨਾ ਚੱਲ ਪਏ। ਉਹ ਇੱਕ ਕਿਸਮ ਨਾਲ ਇਹ ਕਾਊਂਟਰ ਅਟੈਕ ਹੈਗਾ ਇੰਟਰਸਟ ਵਧਾਉਣ ਵਾਸਤੇ ਜੋ ਸੋਚ ਰਹੇ ਨੇ। ਲੇਕਿਨ ਬਹੁਤ ਚੀਜ਼ਾਂ ਤੇ ਡਿਪੈਂਡ ਕਰੇਗਾ। ਮੈਨੂੰ ਹੁਣ ਵੀ ਉਮੀਦ ਹੈ ਕਿ ਸ਼ਾਇਦ 6 ਸਤੰਬਰ ਨੂੰ ਨਹੀਂ ਵਧੇਗਾ ਜੀ। ਧੀਰਜ ਆਨੰਦ ਜੀ ਤੁਸੀਂ ਆਉਂਦੇ ਰਹੋ ਜੀ। ਧੀਰਜ ਜੀ ਤੁਸੀਂ ਆਉਂਦੇ ਰਹੋ। ਸਰ ਗੋ ਹੈਡ। ਨਮਸਕਾਰ ਮੋਂਗਾ ਜੀ। ਨਮਸਕਾਰ ਸਰ। ਸਰ ਮੇਰੇ ਕੁਐਸਚਨ ਆਪਣੀ ਜਿਹੜੀ ਤੁਸੀਂ ਇਨਫਲੇਸ਼ਨ ਦੀ ਕਹਿ ਰਹੇ ਹੋ ਸਰ, ਤੁਹਾਨੂੰ ਕਿੱਦਾਂ ਲੱਗਦਾ ਜੀ ਇਨਫਲੇਸ਼ਨ ਜਿਹੜੀ ਹੈ ਉਹ ਕਿੰਨੇ % ਇੰਟਰਨੈਸ਼ਨਲ ਇਸ਼ੂ ਤੇ ਕਾਰਨ ਹੈਗੀ ਹੈ, ਕਿੰਨੇ ਲੋਕਲ ਇਸ਼ੂ ਤੇ ਹੈ? ਸਰ ਹੁਣ ਐਕਚੁਅਲੀ ਇੰਟਰਨੈਸ਼ਨਲ ਇਸ਼ੂ ਹੁਣ ਜ਼ਿਆਦਾ ਨਹੀਂ ਰਿਹਾ। ਸਪਲਾਈ ਨਾਰਮਲੀ ਸਾਡੀ ਨਾਰਮਲ ਹੋ ਚੁੱਕੀ ਹੈ ਹਰ ਪਾਸੋਂ ਚੀਜ਼ ਜਿਹੜੀ ਹੈ, ਬਲਕਿ ਅਸੀਂ ਨਹੀਂ ਲੈ ਕੇ ਆ ਰਹੇ ਹਾਂ ਕਿਉਂਕਿ ਅੱਗੇ ਡਿਮਾਂਡ ਘਟਦੀ ਜਾ ਰਹੀ ਹੈ। ਸੋ ਬੇਸਿਕਲੀ ਹੁਣ ਤਾਂ ਇਹ ਰਹਿ ਗਿਆ ਹੈ ਕਿ ਜਿਹੜੇ ਲੋਕ ਪੈਸਾ ਹਲੇ ਵੀ ਸਪੈਂਡ ਕਰ ਰਹੇ ਨੇ ਉਹਨਾਂ ਨੂੰ ਰੁਕਣਾ ਪਏਗਾ। ਇੰਟਰਨੈਸ਼ਨਲ ਇੰਨਾ ਨਹੀਂ ਰਿਹਾ ਜਿੰਨਾ ਕਿ ਇੰਟਰਨਲ ਰਹਿ ਗਿਆ ਹੁਣ ਸਾਡਾ। ਇਹਦਾ ਮਤਲਬ ਹੁਣ ਇਨਫਲੇਸ਼ਨ ਮੋਸਟਲੀ ਆਪਣੇ ਜਿਹੜੇ ਇੱਥੇ ਮਨੀ ਸਰਕੂਲੇਟ ਕਰ ਰਹੀ ਹੈ ਬਹੁਤ ਜ਼ਿਆਦਾ, ਉਹਦੇ ਕਰਕੇ ਬਿਲਕੁਲ 100% ਸਹੀ। ਤੇ ਤੁਹਾਡੇ ਫਿਰ ਕਹਿਣ ਦਾ ਮਤਲਬ ਹੈ ਜੀ ਜਿਹੜਾ ਇਨਫਲੇਸ਼ਨ ਜਿਹੜੀ ਅੱਜ ਅਸੀਂ ਭੁਗਤ ਰਹੇ ਹਾਂ ਜੀ ਇੰਨੀ ਪ੍ਰੋਬਲਮ ਵਾਲੀ ਚੀਜ਼ਾਂ, ਉਹਦਾ ਮੇਨ ਰੀਜ਼ਨ ਗਵਰਨਮੈਂਟ ਦੀਆਂ ਪਾਲਿਸੀਆਂ ਹੀ ਨੇ। ਜਿਹੜਾ ਇਹਨਾਂ ਨੇ ਫ੍ਰੀ ਮਨੀ ਜਿਹੜੀ ਇਹਨਾਂ ਨੇ ਦਿੱਤੀ ਹੈ, ਕੁਝ ਬੰਦਿਆਂ ਨੂੰ ਦਿੱਤੀ 10 to 20% ਤੇ ਪਿਸ ਜਿਨ੍ਹਾਂ ਨੂੰ 80% ਨੂੰ ਨਹੀਂ ਮਿਲੀ ਉਹ ਵੀ ਪਿਸ ਰਹੇ ਨੇ। ਐਕਚੁਅਲੀ ਕੀ ਹੈ, ਬਿਲਕੁਲ ਤੁਸੀਂ ਸਹੀ ਹੋ। ਬਟ ਇੱਕ ਚੀਜ਼ ਹੈ ਇੱਥੇ ਸਰ, ਜਿਸ ਲਈ ਸਟਾਰਟਿੰਗ 'ਚ ਕੋਵਿਡ ਆਇਆ ਸੀਗਾ ਉਸ ਲਈ ਦੇਣੀ ਠੀਕ ਸੀ,
ਬਟ ਉਹਨਾਂ ਨੇ ਟਾਈਮ ਤੇ ਨਹੀਂ ਰੋਕੀ। ਹੁਣ ਕੱਲ ਅਨੀਤਾ ਆਨੰਦ ਜੀ ਸਾਡੇ ਜਿਹੜੇ ਟ੍ਰੈਜਰੀ ਸੈਕਟਰੀ ਹੈ, ਸ਼ਾਇਦ ਯਦਵੀਰ ਜੀ ਮੈਨੂੰ ਕਰੈਕਟ ਕਰ ਦੇਣਾ ਉਹਨਾਂ ਦੀ ਡੈਜਿਗਨੇਸ਼ਨ, ਸ਼ੀ ਇਜ਼ ਦਾ ਪ੍ਰੈਜ਼ੀਡੈਂਟ ਟ੍ਰੇਜਰੀ ਬੋਰਡ ਯੈਸ। ਸੋ ਉਹਨਾਂ ਨੇ ਕੱਲ ਰਿਟਨ ਚ ਲਿਖਿਆ ਹੈ ਆਪਦੀ ਪਾਰਲੀਮੈਂਟ ਨੂੰ ਕਿ ਤੁਸੀਂ $15 ਬਿਲੀਅਨ ਘਟਾਓ ਕਿਤੋਂ, ਇਕੋਨਮੀ ਚੋਂ ਕੱਢੋ, ਵਿਚ ਇਜ਼ ਅ ਵੈਰੀ ਵੈਰੀ ਗੁੱਡ ਸਟੈਪ। ਇਹ ਚੀਜ਼ ਤਾਂ ਚਾਹੀਦੀ ਸੀਗੀ ਇਸ ਸਰਕਾਰ ਤੋਂ। ਮੈਂ ਪਿਛਲੇ 6 ਮਹੀਨਿਆਂ ਤੋਂ ਇਹੀ ਤਾਂ ਰੋ ਰਿਹਾ ਕਿ ਇਹ ਸਰਕਾਰ ਪੈਸਾ ਬਹੁਤ ਵੱਟਦੀ ਜਾ ਰਹੀ ਹੈ ਬਿਨਾਂ ਗੱਲ ਤੋਂ। $15 ਬਿਲੀਅਨ ਅਗਰ ਤੁਸੀਂ ਇਕੋਨਮੀ ਚੋਂ ਕੱਢਣ ਦੀ ਗੱਲ ਕਰ ਰਹੇ ਹੋ, ਵਿਚ ਇਜ਼ ਰੀਅਲੀ ਗੁੱਡ। ਬੈਂਕ ਆਫ ਕੈਨੇਡਾ ਨੂੰ ਕੁਝ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਇਸ ਵੇਲੇ, ਅਗਰ ਉਹ ਇੰਨਾ ਕਹਿਣਾ ਤੇ ਸੌਰੀ ਇੰਟਰਪਟ ਕਰ ਰਿਹਾ, ਕਹਿਣਾ ਤੇ ਕਰਨਾ ਬਹੁਤ ਮੁਸ਼ਕਿਲ ਹੈ ਸਰ। ਕਿਤੇ ਨਹੀਂ ਨਿਕਲਣਾ, ਕਿਸੇ ਨੂੰ ਪੈਸਾ ਵਾਪਸ ਨਹੀਂ ਆਉਣਾ, ਇਹਨਾਂ ਨੂੰ ਦੂਸਰੇ ਹੀ ਰਸਤੇ ਨਿਕਲਣੇ ਪੈਣੇ। ਤੇ ਜੇ ਉਹਨਾਂ ਨੇ ਕਿਸੇ ਤੋਂ ਪੈਸਾ ਲੈਣ ਦੀ, ਉਹ ਤਾਂ ਅਲੱਗ CRA ਅਲੱਗ ਕੰਮ ਕਰ, ਉਹ ਜਿਹੜਾ ਪੈਸਾ ਆਵੇਗਾ ਹੁਣ 31 ਦਸੰਬਰ ਨੂੰ, 31 ਦਸੰਬਰ ਨੂੰ ਜਿਹੜਾ ਉਹ 60 ਹਜ਼ਾਰ ਦਿੱਤਾ ਸੀ, 40 ਹਜ਼ਾਰ ਹਰ ਕਾਰਪੋਰੇਸ਼ਨ ਨੂੰ, ਉਹਨਾਂ ਨੇ ਵਾਪਸ ਕਰਨਾ ਹੈ 31 ਦਸੰਬਰ। ਸੋ ਉਹ ਲਗਭਗ ਸਾਡਾ 35-40 ਬਿਲੀਅਨ ਹੈ ਜਿਹੜਾ ਵਾਪਸ ਆਉਣ ਦੀ ਉਮੀਦ ਹੈਗੀ ਹੈ ਸਾਨੂੰ। ਇਹ 15 ਬਿਲੀਅਨ ਕਹਿ ਰਹੇ ਨੇ ਜਿਹੜੇ ਤੁਸੀਂ ਖਰਚੇ ਕਰ ਰਹੇ ਹੋ ਹੋਰ, ਉਹਦੇ ਚੋਂ ਕੱਟੋ। ਰਾਈਟ, ਕਿਉਂਕਿ ਜੇ ਇੰਟਰਨੈਸ਼ਨਲ ਇਸ਼ੂ ਹੋਵੇ ਤੇ ਦੇਖੋ ਚਾਈਨਾ ਤੇ ਇੰਡੀਆ ਦੀ ਇਨਫਲੇਸ਼ਨ ਆਲਮੋਸਟ ਜਾਂ ਤੇ ਨਾਰਮਲ ਹੈ ਜਾਂ ਮਾਈਨਸ 'ਚ ਜਾ ਰਹੀ ਹੈ, ਤੇ ਉਹ ਤੇ ਟੋਟਲੀ ਕਰੂਡ ਤੇ ਡਿਪੈਂਡ ਹੈਗੇ, ਬਾਹਰੋਂ ਇੰਪੋਰਟ ਹੁੰਦਾ ਜੀ। ਸਾਡੇ ਕੋਲ ਤਾਂ ਫਿਰ ਥੋੜਾ ਬਹੁਤ ਆਪਣਾ ਆਇਲ ਹੈਗਾ, ਤੇ ਉਹ ਉੱਥੇ ਜੇ ਇੰਟਰਨੈਸ਼ਨਲ ਇਸ਼ੂ ਤੇ ਅਸੀਂ ਬਲੇਮ ਕਰਦੇ ਕਿ ਮਾਰਕੀਟ ਰੇਟ ਡਿਸਾਈਡ ਕਰਦੀ ਹੈ, ਉਹਦੇ ਕਰਕੇ ਹੈ ਆਪਣਾ ਇਨਫਲੇਸ਼ਨ, ਤੇ ਫਿਰ ਤੇ ਕੰਟਰਾਡਿਕਟ ਹੋ ਗਈ ਇਹ ਗੱਲ। ਸਰ ਇੰਡੀਆ, ਪਹਿਲਾਂ ਤਾਂ ਮੈਂ ਤੁਹਾਨੂੰ ਕਰੈਕਟ ਕਰ ਦੇਵਾਂ ਸਰ, ਇੰਡੀਆ ਦੀ ਇਨਫਲੇਸ਼ਨ ਜੁਲਾਈ 2023 ਦੀ ਇਨਫਲੇਸ਼ਨ 7.44 ਹੈ ਜੀ। ਅਸੀਂ ਇਸ ਵੇਲੇ 3.3 ਤੇ ਬੈਠੇ ਹਾਂ, ਸੋ ਸਾਡੇ ਤੋਂ ਡਬਲ ਤੋਂ ਵੀ ਜ਼ਿਆਦਾ। ਚਾਈਨਾ ਦੀ ਜਿੱਦਾਂ ਕਹਿ ਰਹੇ ਜੀ ਮਾਈਨਸ ਜਾ ਰਹੇ, ਇੰਟਰਸਟ ਰੇਟ ਬਹੁਤ ਲੋ ਕਰ ਰਹੇ ਹੈ, ਔਰ ਇੰਡੀਆ ਦੀ ਵੀ ਕਹਿ ਰਹੇ ਦੀ ਫਿਗਰ ਤੇ ਵਿਸ਼ਵਾਸ ਹੀ ਨਹੀਂ ਕਰ ਸਕਦੇ। ਮੈਂ ਤਾਂ ਸਰ ਤੁਹਾਨੂੰ ਤੁਹਾਡੀ ਗੱਲ ਤੇ ਹੀ ਕਰੈਕਟ ਕਰ ਰਿਹਾ। ਤੁਸੀਂ ਕਹਿ ਰਹੇ ਹੋ ਉਹਨਾਂ ਦੀ ਮਾਈਨਸ ਹੈ ਇੰਡੀਆ ਦੀ ਮਾਈਨਸ ਨਹੀਂ, ਇੰਡੀਆ ਦੀ ਨਾਰਮਲੀ ਹੈ ਜੋ ਉਹਨਾਂ ਦੀ 673 ਦੇ 4267 ਦੇ ਆਸ-ਪਾਸ ਰਹਿੰਦੀ ਹੈ, ਲੇਕਿਨ ਚਾਈਨਾ ਦੀ ਕਾਫੀ ਨੀਚੇ ਜਾ ਰਹੀ ਹੈ। ਚਾਈਨਾ ਦੀ ਨੀਚੇ ਚਲੀ ਗਈ, ਆਈ ਥਿੰਕ ਉਹਨਾਂ ਨੇ ਫ੍ਰੀ ਮਨੀ ਨਹੀਂ ਡਿਸਟ੍ਰੀਬਿਊਟ ਕੀਤੀ, ਮੈਨੂੰ ਤਾਂ ਲੱਗਦਾ। ਦੇਖੋ ਤੁਸੀਂ ਅਗਰ ਕੰਪੇਅਰ ਕਰੋਗੇ ਇੱਕ G7 ਕੰਟਰੀ ਨੂੰ, ਇੱਕ ਡਿਵੈਲਪ ਕੰਟਰੀ ਨੂੰ ਤੁਸੀਂ ਕੰਪੇਅਰ ਕਰੋਗੇ ਉਹਨਾਂ ਕੰਟਰੀਆਂ ਨਾਲ ਜਿੱਥੇ ਕਿ ਲੋਕ ਭੁੱਖੇ ਵੀ ਮਰ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ। ਲੋਕ ਜਦੋਂ ਕਰਫਿਊ ਲਾ ਦਿੱਤਾ ਜਾਵੇ ਤਾਂ ਵਿਚਾਰੇ ਲੋਕ ਸੜਕਾਂ ਤੇ ਚੱਲ ਕੇ ਜਾ ਰਹੇ ਨੇ। ਕੀ ਨਾਮ ਸੀਗਾ ਉਹਨਾਂ ਦਾ ਵਿਚਾਰਾ ਜਿਹੜਾ ਬਹੁਤ ਹੀ ਅੱਛੇ, ਸੋਨੂ ਦਾਸ ਨੇ ਭੁੱਲ ਗਿਆ, ਉਹਨਾਂ ਨੇ ਬੱਸਾਂ ਚਲਾਈਆਂ ਉਹਨਾਂ ਵਾਸਤੇ ਸਪੈਸ਼ਲ। ਸੋ ਅਗਰ ਉਹਨਾਂ ਕੰਟਰੀਆਂ ਤੁਸੀਂ ਤੁਹਾਨੂੰ ਸੂਦ ਦੀ ਗੱਲ ਕਰ ਰਿਹਾ ਜੀ, ਬਿਲਕੁਲ। ਸੋ ਤੁਸੀਂ ਉਹਨਾਂ ਕੰਟਰੀਆਂ ਦੀ ਗੱਲ ਤੁਸੀਂ ਕੰਪੇਅਰ ਕਰ ਰਹੇ ਹੋ ਇੱਕ ਡਿਵੈਲਪ ਕੰਟਰੀ ਨਾਲ ਜਿੱਥੇ ਕਹਿੰਦੇ ਗਵਰਨਮੈਂਟ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ, ਪੈਸੇ ਦੇ ਦਿਓ ਉਹਨੂੰ। ਤੇ ਹੁਣ ਵੀ ਤਾਂ ਗਵਰਨਮੈਂਟ ਨੂੰ ਕੁਝ ਕਰਨਾ ਚਾਹੀਦਾ ਨਾ। ਹੁਣ ਵੀ ਤਾਂ 80% ਪਾਪੂਲੇਸ਼ਨ ਕ੍ਰਾਈਸਿਸ ਦੇ ਵਿੱਚ ਹੀ ਕਿਸਮ ਦੀ, ਜਿੰਨਾ ਉਹਨਾਂ ਨੂੰ ਫਿਰ ਹੈਲਪ ਕਿੱਦਾਂ ਕਰੇਗੀ ਜੇ ਉਸ ਸਮੇਂ ਕੀਤਾ ਤਾਂ ਹੁਣ ਤਾਂ ਕਰਨਾ ਚਾਹੀਦਾ ਜੀ। ਦੇਖੋ ਇਹ ਆਪਾਂ ਪੋਲੀਟੀਕਲ ਅਗਰ ਅਸੀਂ ਜਾਵਾਂਗੇ ਤਾਂ ਯੈਸ ਸਾਡੀ ਸਰਕਾਰਾਂ ਦੀਆਂ ਬਹੁਤ ਵੱਡੀਆਂ ਗਲਤੀਆਂ ਨੇ ਜੀ ਇੱਥੇ। ਕੋਈ ਮੈਂ 100% ਤੁਹਾਡੇ ਨਾਲ, ਸਾਡੇ ਕਿਸੇ ਵੀ ਲੈਵਲ ਤੇ ਲੈ ਲਓ, ਚਾਹੇ ਤੁਸੀਂ ਫੈਡਰਲ ਲੈਵਲ ਲੈ ਲਓ, ਚਾਹੇ ਪ੍ਰੋਵਿੰਸ਼ੀਅਲ ਲੈ ਲਓ, ਚਾਹੇ ਤੁਸੀਂ ਮਿਊਨਿਸਪਲ ਲੈ ਲਓ, ਹਰੇਕ ਦਾ ਕਿਤੇ ਨਾ ਕਿਤੇ ਹੱਥ ਹੈਗਾ, ਹਰੇਕ ਦਾ ਕਿਤੇ ਨਾ ਕਿਤੇ ਹੱਥ ਹੈ। 100% ਰਾਈਟ ਹੋ ਤੁਸੀਂ। ਲੈਟਸ ਸੀ ਇੱਕ ਪੀਕੇ ਜੀ ਕੋ ਕੁਐਸਚਨ ਹੈ ਤੇ ਜਿੱਦਾਂ ਅੱਜ ਹੁਣ ਫਿਰ ਇਨਫਲੇਸ਼ਨ ਦੀ ਆਈ ਹੈ ਜੀ, ਥੋੜੀ ਜਿਹੀ ਅਪ ਹੋਇਆ ਨੰਬਰ ਹੋਇਆ, ਤੇ ਹਾਊਸ ਪ੍ਰਾਈਸਿੰਗ ਕੀ ਦੇਖ ਰਹੇ ਹੋ, ਕਿੰਨੀ ਕੁ ਡਾਊਨ ਜਾਏਗੀ? 5% 2% ਡਾਊਨ ਜਾਏਗੀ ਜਾਂ ਇੰਨੀ ਕੀ ਜੀ? ਪ੍ਰਾਈਸ ਜਿਹੜਾ ਹੈਗਾ ਪਿਛਲੇ ਸਾਲ ਤੋਂ ਤੁਸੀਂ ਕੰਪੇਅਰ ਕਰੋ, ਜਿਹੜਾ ਲੇਟੈਸਟ ਫਿਗਰ ਆਈ ਹੈ 1.5% ਆਲ ਓਵਰ ਕੈਨੇਡਾ ਦਾ ਪ੍ਰਾਈਸ ਡਾਊਨ ਹੋਇਆ, ਲੇਕਿਨ ਅਗਰ ਤੁਸੀਂ ਜੂਨ ਤੋਂ ਜੁਲਾਈ ਜਾਂਦੇ ਹੋ ਤਾਂ 1.1% ਪ੍ਰਾਈਸ ਅਪ ਹੋਇਆ। ਯਾਨੀ ਕਿ ਲਾਸਟ ਈਅਰ ਤੇ ਵੈਸੇ ਹੀ ਬਹੁਤ ਜ਼ਬਰਦਸਤ ਸੀਗਾ ਪ੍ਰਾਈਸ, ਉਸ ਤੋਂ 1.5% ਡਾਊਨ ਹੋਇਆ। ਮੇਨ ਜਿਹੜੀ ਗੱਲ ਆ ਰਹੀ ਹੈ ਨਾ ਸਰ, ਸੇਲ, ਜਿਹੜੀ ਸੇਲ ਹੈਗੀ 0.7% ਈਅਰ ਓਵਰ ਈਅਰ ਘਟੀ ਹੈ, ਵਿਚ ਇਜ਼ ਨੈਗਲੀਜੀਬਲ। ਜੋ ਚੀਜ਼ ਟੈਨਸ਼ਨ ਪੈਦਾ ਕਰ ਰਹੀ ਹੈ ਨਾ ਸਰ, ਉਹ ਇਹ ਪੈਦਾ ਕਰ ਰਹੀ ਹੈ ਕਿ ਲਿਸਟਿੰਗਸ ਵੱਧ ਗਈਆਂ ਨੇ 5.6%। ਇਹਦਾ ਮਤਲਬ ਕੀ ਹੋਇਆ ਕਿ ਸੈਲਰ ਹੁਣ ਪਰੇਸ਼ਾਨ ਹੋਇਆ ਪਿਆ ਕਿ ਮੈਂ ਕੱਢਾਂ ਕਿਧਰੇ, ਇਹ ਨਾ ਹੋਵੇ ਕਿ ਪ੍ਰਾਈਸ ਹੋਰ ਗਿਰ ਜਾਏ। ਤੇ ਲਿਸਟਿੰਗ ਵਧਣ ਦੇ ਬਾਅਦ ਸੇਲ ਘੱਟ ਹੋਣ ਦਾ ਮਤਲਬ ਹੁੰਦਾ ਹੈ ਕਿ ਬਾਇਰ ਰੁਕਿਆ ਪਿਆ, ਕਿਉਂਕਿ ਬਾਇਰ ਸਰਟਨ ਨਹੀਂ ਹੈਗਾ ਕਿ ਹੋਣ ਕੀ ਵਾਲਾ ਹੈ। ਜਦ ਤੱਕ ਮੈਂ ਪਿਛਲੇ ਸ਼ੋਅ ਤੇ ਕਿਹਾ ਸੀ, ਜਦ ਤੱਕ ਸਰਟੈਨਿਟੀ ਨਹੀਂ ਆਉਂਦੀ ਕਿਸੇ ਦੇ ਅੰਦਰ, ਤਦ ਤੱਕ ਉਹ ਬੰਦਾ ਕਨਫਿਊਜ਼ ਹੈ ਕਿ ਕੁਝ ਕਰਨ ਜੋਗਾ ਨਹੀਂ ਰਹਿੰਦਾ। ਸਰਟੈਨਿਟੀ ਇਹ ਜਿਹੜੀ ਨਾ ਉਹ ਹੋਣੀ ਬਹੁਤ ਜ਼ਰੂਰੀ ਹੈ। ਅਨਸਰਟਨ ਹੋਣਾ ਡਿਸੀਜਨ ਪਿੱਛੇ ਕਰ ਦਿੰਦਾ ਹੈ। ਮੇਰੇ ਹਿਸਾਬ ਨਾਲ ਰੀਅਲ ਐਸਟੇਟ ਮਾਰਕੀਟ, ਨਿਊਜ਼ ਵੀ ਆਈ ਹੈ, RBC ਨੇ ਵੀ ਦਿੱਤੀ ਹੋਈ ਹੈ ਨਿਊਜ਼, ਅਲੱਗ-ਅਲੱਗ ਮੈਂ ਕਹਿੰਦਾ ਨੈਸ਼ਨਲ ਬੈਂਕ ਨੇ ਵੀ ਦਿੱਤੀ ਹੈ ਕਿ ਵੀ ਆਰ ਇਨ ਦਾ ਬੈਲੈਂਸਡ ਮਾਰਕੀਟ ਨਾਓ, ਵੀ ਮੇ ਟਿਲਟ ਟੂਵਰਡ ਬਾਇਰਸ ਮਾਰਕੀਟ ਅਗਰ ਇੰਟਰਸਟ ਰੇਟ ਹੋਰ ਵਧ ਗਿਆ ਤੇ ਫਿਰ ਬਾਇਰ ਦੀ ਮਾਰਕੀਟ ਹੋ ਜਾਣੀ ਹੈ ਸਰ, ਫਿਰ ਸੈਲਰ ਦੇ ਹੱਥੋਂ ਨਿਕਲਣਾ ਹੈ। ਬਾਇਰ ਦੀ ਮਾਰਕੀਟ ਹੋਣ ਦਾ ਮਤਲਬ ਕੀ ਹੁੰਦਾ ਹੈ? ਪ੍ਰਾਈਸ ਥੋੜਾ ਥੱਲੇ ਫਿਰ ਆਏਗਾ। ਲੇਕਿਨ ਇਸ ਵਕਤ ਅਸੀਂ ਬੈਲੈਂਸਡ ਮਾਰਕੀਟ ਦੇ ਵੱਲ ਹੈਗੇ ਹਾਂ ਜੀ।
ਜੀ ਸਰ। ਫਿਊਚਰ ਤੁਹਾਨੂੰ ਲੱਗ ਰਿਹਾ ਮਾਈਨਸ ਆਪਣਾ ਥੋੜਾ ਘਟੇਗਾ ਜੀ, ਡਿਕਰੀਜ਼ ਹੋਏਗਾ? ਮੈਨੂੰ ਪਲਸ ਦੀ ਪ੍ਰਾਈਸਿਸ ਦੀ ਇਮੀਡੀਏਟ 2-3 ਮਹੀਨੇ ਦੀ ਉਮੀਦ ਨਹੀਂ ਹੈਗੀ, ਪਰ ਆਈ ਐਮ ਵੈਰੀ ਪੋਜ਼ਿਟਿਵ ਫਰਮ ਦ ਫਸਟ ਕੁਆਟਰ ਆਫ 2024 ਪ੍ਰਾਈਸ ਉੱਤੇ ਫਿਰ ਜਾਣ ਕੇ ਕੋਈ ਰੋਕ ਨਹੀਂ ਸਕਦਾ, ਅਨਲੈਸ ਕੋਈ ਹੋਰ ਚੀਜ਼ਾਂ ਹੋ ਜਾਣ ਇਕਨੋਮੀ ਦੇ ਅੰਦਰ, ਕੁਝ ਕਹਿ ਨਹੀਂ ਸਕਦੇ ਅੱਜ ਦੇ ਹਾਲਾਤ ਦੇ ਹਿਸਾਬ ਨਾਲ। ਨੈਕਸਟ ਈਅਰ ਨੋਬਡੀ ਕੈਨ ਸਟਾਪ ਇਟ। ਰਾਈਟ ਜੀ, ਰਾਈਟ, ਥੈਂਕ ਯੂ। थैंक यू। ठीक है जी, अगला सवाल है हाँ जी, 4 बेडरूम हाउस हैगा 4 बेडरूम हाउस मिसिसागा रोड और क्वीन स्ट्रीट ਦੀ ਇੰਟਰਸੈਕਸ਼ਨ ਦੇ ਨੇੜੇ। ਤੁਸੀਂ ਬਹੁਤ ਪਹਿਲਾਂ ਬਰੈਂਪਟਨ ਦੇ ਵਿੱਚ ਕਦੇ ਕਿਸੇ ਸਮੇਂ ਇਸ ਏਰੀਆ 'ਚ ਮੇਰੇ ਖਿਆਲ ਨਾਲ ਰਹਿੰਦੇ ਸੀਗੇ। ਸੋ 4 bedroom ਹਾਊਸ ਅਨਫਿਨਿਸ਼ਡ ਬੇਸਮੈਂਟ, ਵੈਸੇ ਘਰ ਕੁਆਇਟ ਅਪਡੇਟਡ 3900 ਸਕੁਆਇਰ ਫੀਟ ਅਪਰੋਕਸੀਮੇਟਲੀ। 4 bedroom ਹਾਊਸ ਅਨਫਿਨਿਸ਼ਡ ਬੇਸਮੈਂਟ ਹੈ, ਅਪਰੋਕਸੀਮੇਟਲੀ 10 year old। ਤੇ ਇਹਦੇ ਘਰ ਦੀ ਕੀ ਪ੍ਰਾਈਸ ਹੋਣੀ ਚਾਹੀਦੀ ਹੈ? नहीं, बिल्कुल क्वेश्चन गलत है। मैं हमेशा कहना है इस तरह नहीं, कोई बल्कि दसना ही नहीं चाहिए इस तरह प्राइस, जब तक पूरी गल्ला ना समझ आन। आस पास नेबरहुड का पूरा पता चल, हालांकि मैंने नेबरहुड पता चल गया, लेकिन उसका लॉट साइज वगैरह उसका बहुत कुछ देखना पैंदा। मैं उन्हें सजेस्ट करांगा कि मैनू वो टेक्स्ट कर देन अपना जो भी एड्रेस जिदा पूछना चाहते हैं, मेरा जो ऑफिस है उदू CMA करके इन्होंने फटाफट 1 घंटे के अंदर भेज देगा प्राइस। इस तरह मैं नहीं दसांगा सर, बिल्कुल भी। ठीक है जी। ਨੈਕਸਟ ਕਾਲ ਵੱਲ ਵਧਾਂਗੇ ਜੀ ਅਸੀਂ। ਨੈਕਸਟ ਕਾਲ ਵੱਲ ਵਧਾਂਗੇ। ਤੇਜਿੰਦਰ ਜੀ ਸਾਡੇ ਨਾਲ ਨੇ ਔਰ ਗੁਰਦੀਪ ਜੀ ਵੀ ਆਪਣੇ ਕੋ ਵਿਚਾਰ ਦੇਣਗੇ, ਉਸ ਤੋਂ ਬਾਅਦ ਫਿਰ ਰੈਪ ਅਪ ਕਰਨ ਦੇ ਹੁਕਮ ਨੇ। ਹਾਂਜੀ ਤੇਜਿੰਦਰ ਸਾਹਿਬ, ਤੁਸੀਂ ਆਉਂਦੇ ਰਹੋ। ਨੈਕਸਟ ਕਾਲ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ? ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਮੇਰਾ 2-3 ਸਵਾਲ ਨੇ। ਪੰਕਜ ਜੀ ਤੋਂ ਸ਼ੁਰੂ ਕਰਨਾ ਚਾਹੁੰਦਾ ਮੈਂ। ਬਈ ਜਿਵੇਂ ਆਪਾਂ ਕਹਿੰਦੇ ਆ ਵੀ ਕੈਨੇਡਾ ਦਾ ਜਿਹੜਾ ਹੁਣ ਤੱਕ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਪਾਲਿਸੀ ਸੀਗੀ, ਉਹ ਸੀਗੀ ਵੀ 1% ਆਫ ਪੋਪੂਲੇਸ਼ਨ ਐਵਰੀ ਈਅਰ ਆਪਾਂ ਉਹਦੇ ਬੰਦੇ ਬੁਲਾਉਣੇ ਆ। ਤੇ ਇਨ ਦਾ ਪਾਸਟ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਆਪਾਂ ਨੂੰ ਬੜੇ ਵਧੀਆ ਤਰੀਕੇ ਨਾਲ ਉਹਨੇ ਸਰਵ ਕੀਤਾ ਵਾ। ਆਹ ਜਿੰਨੇ ਵੀ ਨੰਬਰ ਹੁੰਦੇ ਸੀਗੇ, ਉਹ ਜੇ ਆਪਾਂ 30 ਮਿਲੀਅਨ ਤੇ ਬੈਠੇ ਆ ਤਾਂ 3 ਲੱਖ, 40 ਮਿਲੀਅਨ ਤੇ ਆ ਗਿਆ ਤਾਂ 4 ਲੱਖ। ਤੇ ਉਹ ਉਹਨੇ ਕੁ ਬੰਦੇ ਆ ਕੇ ਇਕਨੋਮੀ 'ਚ ਬੜੇ ਵਧੀਆ ਤਰੀਕੇ ਨਾਲ ਮਿਕਸਅਪ ਹੋ ਕੇ ਆਪਦੇ ਕੰਮਾਂ ਤੇ ਸੈੱਟ ਹੋ ਜਾਂਦੇ ਸੀ, ਘਰ-ਬਾਰ ਲੈ ਕੇ ਬਹਿ ਜਾਂਦੇ ਸੀ 4-5 ਸਾਲਾਂ ਦੇ ਵਿੱਚ। ਤੇ ਹੁਣ ਜਦ ਦਾ ਇਹਨਾਂ ਨੇ ਆ ਸਾਰਾ ਸਿਸਟਮ ਆਪਣੇ ਲਿਬਰਲ ਗਵਰਨਮੈਂਟ ਨੇ ਕੀਤਾ, ਅਪਸੈਟ ਕੀਤਾ ਵਾ, ਉਹਦੇ ਆਪਾਂ ਨੂੰ ਨਤੀਜੇ ਹੁਣ ਭੁਗਤਣੇ ਪੈ ਰਹੇ ਆ। ਹੁਣ ਸਟੂਡੈਂਟ ਸਾਰੇ ਨੋ ਡਾਊਟ ਸਾਰਿਆਂ ਨੂੰ ਆਉਣਾ ਚਾਹੀਦਾ, ਆਪਾਂ ਵੀ ਸਾਰੇ ਇਮੀਗ੍ਰੈਂਟਸ ਆ, ਪਰ ਜਿਸ ਤਰੀਕੇ ਨਾਲ ਆਪਾਂ ਆਉਂਦੇ ਹਾਂ ਤਾਂ ਉਹ ਸਾਰਿਆਂ ਦਾ ਫਾਇਦਾ। ਹੁਣ ਜਿਵੇਂ ਜ਼ਿਆਦਾ ਬੰਦੇ ਆ ਰਹੇ ਆ, ਜੌਬਸ ਘੱਟ ਨੇ, ਉਹਦੇ ਨਾਲ ਵੇਜਿਸ ਨਹੀਂ ਵੱਧ ਰਹੀਆਂ। ਇੱਕ ਪਾਸੇ ਵੇਜਿਸ ਨਹੀਂ ਵੱਧ ਰਹੀਆਂ, ਦੂਜੇ ਪਾਸੇ ਡਿਮਾਂਡ ਘਰਾਂ ਦੀ ਜ਼ਿਆਦਾ ਵਾ, ਬੇਸਮੈਂਟਸ ਦੀ ਜ਼ਿਆਦਾ, ਕਿਉਂਕਿ ਉਹਨਾਂ ਨੇ ਜਿਨ੍ਹਾਂ ਨੂੰ ਜੌਬਸ ਨਹੀਂ ਵੀ ਮਿਲੀ ਉਹਨਾਂ ਨੇ ਵੀ ਸੌਣਾ ਤਾਂ ਕਿਤੇ ਨਾ ਕਿਤੇ ਹੈਗਾ ਹੀ ਆ। ਤਾਂ ਇੱਕ ਪਾਸੇ ਵੇਜਿਸ ਸਰਪ੍ਰੈਸ ਹੋ ਰਹੀਆਂ ਤੇ ਰੈਂਟਸ ਵਗੈਰਾ ਉਹ ਇੰਕਰੀਜ਼ ਹੋ ਰਿਹਾ, ਕਿਉਂਕਿ ਉਹ ਘਰ ਲੈਣ ਰੈਂਟ ਤੇ ਲੈਣ ਲਈ ਬੰਦੇ ਜ਼ਿਆਦਾ ਖੜੇ ਆ। ਤੇ ਉਹ ਕਾਊਂਟਰ ਇੱਕ ਦੂਜੇ ਦੇ ਚੀਜ਼ਾਂ ਚੱਲ ਰਹੀਆਂ ਮੇਰੇ ਹਿਸਾਬ ਨਾਲ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਵੀ ਜੇ ਉਹ 1% ਤੇ ਰੱਖਣ ਉਹ ਫਾਇਦਾ ਆ, ਜਾਂ ਜਿਵੇਂ ਹੁਣ ਲਿਬਰਲ ਕਹਿ ਰਹੇ ਆ ਵੀ ਅਸੀਂ ਪੋਪੂਲੇਸ਼ਨ ਆਪਣੀ ਇਮੀਗ੍ਰੇਸ਼ਨ ਨਹੀਂ ਘਟਾਉਣੀ, ਉਹ 'ਚ ਫਾਇਦਾ ਆਪਣਾ? ਦੇਖੋ ਜੀ, ਤੁਸੀਂ ਨਾ 2 ਮੁੱਦੇ ਛੇੜੇ ਨੇ, ਇੱਕ ਤਾਂ ਇਮੀਗ੍ਰੇਸ਼ਨ ਦਾ, ਇੱਕ ਸਟੂਡੈਂਟ ਦਾ। ਸਟੂਡੈਂਟ ਦੇ ਮੁੱਦੇ ਤੇ ਮੈਂ ਤੁਹਾਡੇ ਨਾਲ 100%। ਉਹਨਾਂ ਨੂੰ ਢੰਗ ਨਾਲ ਕਰਨਾ ਚਾਹੀਦਾ ਹੈ। ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਡਿਵਾਈਡ ਕਰਨਾ ਪਏਗਾ ਇਹਨਾਂ ਜਗ੍ਹਾਵਾਂ ਤੋਂ। ਉਹਨਾਂ ਨੂੰ ਗਲਤ ਤਰੀਕੇ ਨਾਲ ਸਾਰੇ ਇੱਥੇ ਆ ਕੇ ਰਹਿ ਰਹੇ ਨੇ, ਉਹ ਇਸ ਹਾਊਸਿੰਗ ਦਾ, ਜਿਵੇਂ ਪੀਕੇ ਜੀ ਵੀ ਦੇਖ ਰਹੇ ਨੇ, ਪੀਕੇ ਜੀ ਇੰਨੇ ਕੌਨਫੀਡੈਂਟ ਨੇ ਇਸ ਵੇਲੇ ਕਿ ਪ੍ਰਾਈਸਿਸ ਵਧਣਗੇ, ਵਿਚ ਆਈ ਐਮ ਵਿਦ ਹਿਮ, ਕਿਉਂਕਿ ਜਿੰਨੇ ਲੋਕ ਇਸ ਏਰੀਆ 'ਚ ਆ ਰਹੇ ਨੇ GTA ਸਟੂਡੈਂਟ ਸਮੇਤ, ਰੈਂਟਲ ਹੀ ਵੱਧਦਾ ਜਾ ਰਿਹਾ। ਸੋ ਇਟਸ ਲਾਈਕ ਦੈਟ ਕਾਈਂਡ ਆਫ ਸਿਚੁਏਸ਼ਨ। ਇਮੀਗ੍ਰੇਸ਼ਨ ਅਲੱਗ ਹੈ। ਸੋ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਸਾਨੂੰ ਕੁਝ ਕਰਨਾ ਪਏਗਾ, ਸਾਨੂੰ ਕੁਝ ਪਾਲਿਸੀਜ਼ ਚਾਹੀਦੀਆਂ ਨੇ। ਮੇਰੇ ਖਿਆਲ ਫੈਡਰਲ ਸਰਕਾਰ ਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਸ ਮੁੱਦੇ ਤੇ ਬੈਠਣਾ ਚਾਹੀਦਾ ਹੈ ਕਿ ਕਿਵੇਂ ਇਹਨਾਂ ਨੂੰ ਅਸੀਂ ਅਲੱਗ-ਅਲੱਗ ਜਗ੍ਹਾ 'ਚ, ਕਿਉਂ ਅਸੀਂ ਇੱਥੇ ਹੀ ਰਹਿ ਰਹੇ ਨੇ ਔਰ ਇੱਥੇ ਹੀ ਸਾਰਾ ਰੇਟ ਵਧਾ ਰਹੇ ਨੇ, ਇਹਨਾਂ ਨੂੰ ਬਾਹਰ ਕਿਉਂ ਨਹੀਂ ਭੇਜ ਸਕਦੇ ਕਿਤੇ? ਉਹ ਚੀਜ਼ਾਂ ਅਲੱਗ ਨੇ। ਇਮੀਗ੍ਰੇਸ਼ਨ, ਯੈਸ ਵੀ ਨੀਡ ਇਟ। ਪਹਿਲਾਂ ਕੀ ਸੀਗਾ ਤੇਜਿੰਦਰ ਜੀ, ਪਹਿਲਾਂ ਜਿਹੜੀ ਪਾਲਿਸੀ ਚੱਲ ਰਹੀ ਸੀਗੀ, ਜੋ ਵੀ ਚੱਲ ਰਹੀ ਸੀ, ਉਹਦੇ ਬੇਸ ਤੇ ਜਿੰਨੇ ਲੋਕ ਆ ਰਹੇ ਸੀ ਕੰਮ ਚੱਲ ਰਿਹਾ ਸੀ। ਲੇਕਿਨ ਹੁਣ ਉਹ ਸਿਚੁਏਸ਼ਨ ਆ ਗਈ ਹੈ ਜਿੱਥੇ ਅਸੀਂ ਬੇਬੀ ਬੂਮਰ ਜਿਹਨੂੰ ਅਸੀਂ ਕਹਿੰਦੇ ਹਾਂ, ਸੈਕਿੰਡ ਵਰਲਡ ਵਾਰ ਤੋਂ ਬਾਅਦ ਲਗਭਗ 50s ਜਿਹੜੇ ਲੋਕ ਬੋਰਨ ਹੋਏ ਨੇ, ਉਹ ਬਹੁਤ ਜ਼ਿਆਦਾ ਬੋਰਨ ਹੋਏ ਨੇ ਇਹਨਾਂ ਕੰਟਰੀ ਵਿੱਚ। ਉਸ ਵੇਲੇ ਇੱਕ ਤਰ੍ਹਾਂ ਦੀ ਬੱਚਿਆਂ ਦੀ ਬਾੜ ਆ ਗਈ ਸੀ, ਮੈਂ ਕਹਾਂਗਾ, ਜਦੋਂ ਪੈਦਾ ਹੋ ਰਹੇ ਸੀਗੇ। ਸੋ ਹੁਣ ਉਹ ਇੱਕਦਮ ਉਹ ਸਾਰਾ ਜਿਹੜੇ ਨੇ ਉਹ ਬਾਹਰ ਨਿਕਲਦੇ ਜਾ ਰਹੇ ਨੇ ਸਿਸਟਮ 'ਚ, ਉਹ ਰਿਟਾਇਰ ਹੁੰਦੇ ਜਾ ਰਹੇ ਨੇ। ਸੋ ਪਹਿਲਾਂ ਇੰਨੀ ਰਿਟਾਇਰਮੈਂਟ ਨਹੀਂ ਹੋ ਰਹੀ ਸੀ ਜਿੰਨੀ ਇਸ ਵੇਲੇ ਹੋ ਰਹੀ ਹੈ, ਔਰ ਕੋਵਿਡ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਰਿਟਾਇਰਮੈਂਟ ਹੋਈਆਂ ਨੇ ਸਾਡੇ ਸਿਸਟਮ 'ਚੋਂ, ਬਹੁਤ ਜ਼ਿਆਦਾ ਲੋਕ ਬਾਹਰ ਨਿਕਲੇ ਨੇ। ਸੋ ਸਾਨੂੰ ਉਹ ਫਿਲਅਪ ਕਰਨਾ ਜ਼ਰੂਰੀ ਹੋਇਆ ਪਿਆ, ਔਰ ਸਾਨੂੰ ਸਕਿਲਡ ਵਰਕਰ ਚਾਹੀਦੇ ਨੇ ਉਹਦੇ ਵਾਸਤੇ। ਸੋ ਇਸ ਵਾਸਤੇ ਇਮੀਗ੍ਰੇਸ਼ਨ ਜ਼ਰੂਰੀ ਹੈ, ਲੇਕਿਨ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਕੁਝ ਪਾਲਿਸੀ ਕਰਨੀ ਪਏਗੀ ਜੀ ਤੇਜਿੰਦਰ। ਕਿਉਂਕਿ ਸਰ ਸਕਿਲਡ ਵਰਕਰ ਤਾਂ ਸਟੂਡੈਂਟ ਜਿਹੜੇ ਆ ਰਹੇ ਉਹ ਤਾਂ ਸਕਿਲਡ ਵਰਕਰ ਹੈ ਨਹੀਂ ਨਾ। ਮੈਂ ਸਟੂਡੈਂਟ ਦੀ ਗੱਲ ਹੀ ਨਹੀਂ ਕਰ ਰਿਹਾ ਨਾ ਜੀ, ਸਟੂਡੈਂਟ ਦੀ ਗੱਲ ਹੀ ਨਹੀਂ ਕਰ ਰਿਹਾ। ਚਲੋ ਠੀਕ ਹੈ, ਸਾਨੂੰ ਕੁਝ ਕਰਨਾ ਪਏਗਾ।
ਹਾਂਜੀ ਆਪਣਾ ਕਰਤਾ। ਬਾਕੀ ਜਿਵੇਂ ਹੁਣ ਆਪਾਂ ਕਹਿ ਰਹੇ ਹਾਂ ਵੀ ਹਾਊਸ ਪ੍ਰਾਈਸਿਸ ਜਿਵੇਂ ਹੁਣ ਚਲੋ ਆਪਾਂ ਕਹਿ ਰਹੇ ਹਾਂ ਵੀ ਇੰਟਰਸਟ ਰੇਟ ਹੁਣ ਸਤੰਬਰ ਜਿਹੜੀ ਅਨਾਉਂਸਮੈਂਟ ਆਣੀ ਨਾ ਵਧਣ ਜਾਂ ਰੁਕ ਜਾਣ ਹੋ ਰਹੇ ਹਨਾ। ਤੇ ਹੁਣ ਲਾਸਟ ਈਅਰ ਤੁਹਾਨੂੰ ਯਾਦ ਆਉਣਾ ਜਦੋਂ ਉਹਨਾਂ ਨੇ ਆਹ ਸੇਮ ਸਟੈਪ ਲਿਆ ਸੀਗਾ 4%, 4.5% ਤੇ ਉਹਨਾਂ ਨੇ ਕਿਹਾ ਸੀ ਅਸੀਂ ਹੋਰ ਨਹੀਂ ਵਧਾਵਾਂਗੇ। ਵਿਦਨ ਉਹ ਕੁਆਟਰ ਅਗਲਾ 3 ਮਹੀਨੇ ਘਰਾਂ ਨੂੰ ਦੁਬਾਰਾ ਅੱਗ ਲੱਗ ਗਈ ਸੀਗੀ, ਉਵੇਂ ਹੀ ਮਲਟੀਪਲ ਆਫਰ ਸ਼ੁਰੂ ਹੋ ਗਈਆਂ ਸੀ, ਪ੍ਰਾਈਸਿਸ ਵਧਣ ਲੱਗ ਗਈਆਂ ਸੀ। ਫਿਰ ਉਹਨਾਂ ਨੂੰ ਸਟੈਪ ਉਵੇਂ ਦੁਬਾਰਾ ਫੇਰ ਲੈਣਾ ਪਿਆ ਵੀ ਨਹੀਂ। ਤੇਜਿੰਦਰ ਜੀ ਇੱਥੇ ਬਹੁਤ ਵੱਡਾ ਫਰਕ ਹੈ। ਉਸ ਲਈ ਉਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਵਧਾਵਾਂਗੇ ਹੀ ਨਹੀਂ। ਹੁਣ ਕਹਿ ਰਹੇ ਨੇ ਕਿ ਅਗਰ ਵਧਿਆ ਨਹੀਂ, ਹਾਲੇ ਤਾਂ ਵਧਣ ਦੇ ਚਾਂਸਿਸ ਨੇ, ਅਗਰ ਨਹੀਂ ਵੀ ਵਧਿਆ ਤਾਂ ਉਹ ਟੈਂਪਰੇਰੀ ਹੋਲਡ ਹੋਏਗਾ ਕਿ ਅਸੀਂ ਰਿਪੋਰਟ ਬੇਸ ਦੇਖਾਂਗੇ ਹੁਣ ਇਸ ਤੋਂ ਬਾਅਦ। ਅਗਰ ਰਿਪੋਰਟ ਆਈ ਤਾਂ ਵਧਾਵਾਂਗੇ। ਉਹ ਕਦੇ ਇਹ ਨਹੀਂ ਕਹਿਣਗੇ। ਹੁਣ ਧਿਆਨ ਰੱਖਿਆ ਜੀ ਉਹਨਾਂ ਨੇ ਉਹ ਸਟੇਟਮੈਂਟ ਗਲਤ ਦਿੱਤੀ ਸੀ, ਹੁਣ ਉਹ ਸਟੇਟਮੈਂਟ ਨੂੰ ਬਹੁਤ ਸੰਭਲ ਚੁੱਕੇ ਨੇ। ਉਹ ਸਟੇਟਮੈਂਟ ਤੇ ਹੁਣ ਉਹ ਸਟੇਟਮੈਂਟ ਇਹ ਦੇਣਗੇ ਅਗਰ ਉਹਨਾਂ ਨੇ ਰੋਕਿਆ। ਅਗਰ ਵਧਾਤਾ ਤਾਂ ਗੱਲ ਅਲੱਗ ਹੈ, ਮੈਂ ਨਹੀਂ ਕਹਿ ਰਿਹਾ ਇਸ ਵੇਲੇ, ਕੋਈ ਪ੍ਰੈਡਿਕਸ਼ਨ ਨਹੀਂ ਦੇ ਰਿਹਾ। ਅਗਰ ਰੋਕਿਆ ਤਾਂ ਉਹਨਾਂ ਦੀ ਸਟੇਟਮੈਂਟ ਇਹ ਹੋਏਗੀ ਕਿ ਵੀ ਆਰ ਟੈਂਪਰੇਰੀ ਪਾਜ਼ਿੰਗ ਫॉर ਦਿਸ ਮੰਥ, it will depend next ਜਿਹੜੇ ਹੋਣਗੇ ਇੰਟਰਸਟ ਰੇਟ will depend on ਰਿਪੋਰਟ ਬੇਸ। ਸੋ ਨਵੰਬਰ ਨੂੰ ਉਹ ਓਪਨ ਛੱਡ ਦੇਣਗੇ ਕਿ ਹੋ ਸਕਦਾ ਵਧਾਣਾ ਪਵੇ। ਸੋ ਆਈ ਡੋਂਟ ਥਿੰਕ ਸੋ ਉਹ ਜੀ ਸਿਚੁਏਸ਼ਨ ਹੁਣ ਆਏਗੀ। ਲੋਕ ਸਮਝ ਚੁੱਕੇ ਨੇ ਕਿ ਕਦੇ ਵੀ ਵਧਣਾ ਸ਼ੁਰੂ ਹੋ ਸਕਦਾ। ਜੇ ਉਹਨਾਂ ਨੇ ਕਲੈਰਿਟੀ ਦਿੱਤੀ ਹੈ ਫਿਰ ਠੀਕ ਹੈ ਜੀ, ਕਿਉਂਕਿ ਨਹੀਂ ਤਾਂ ਮਾਰਕੀਟ ਚ ਰਾਤ ਦੁਆਰਾ ਉਵੇਂ ਹੀ ਬਣ ਜਾਣਾ ਜਿਵੇਂ ਪਹਿਲਾਂ। ਨੋ ਆਪਾਂ ਪੱਟਾਂ ਨੂੰ ਤੇਲ ਲਾਈ ਬੈਠੇ ਆ ਸਾਰੇ ਜਾਣੇ ਹਨਾ ਵੀ ਘਰ ਚੱਕਣੀ ਆ ਤੇ ਬਸ ਮੌਕਾ ਮਿਲੇ ਤੇ ਮੇਰਾ ਹੁਣ ਅਗਲਾ ਲਾਸਟ ਕੁਐਸਚਨ ਹੈ ਸਰ ਪੀਕੇ ਜੀ ਲਈ ਵੀ ਜੇ ਸਰ ਆਪਣੇ ਕੋਈ ਜਿਵੇਂ ਆਈ ਨੋ ਤੁਹਾਡਾ ਤੁਸੀਂ ਮੌਰਗੇਜਸ ਤਾਂ ਨਹੀਂ ਕਰਦੇ ਪਰ ਜਿਵੇਂ ਤੁਹਾਨੂੰ ਨੌਲੇਜ ਵੈਸੇ ਹੈਗੀ ਆ, ਔਸਪੀ ਨੇ ਜਿਹੜਾ ਹੁਣ ਨਵਾਂ ਰੂਲ ਲਿਆਂਦਾ ਵੀ 65% ਤੱਕ ਲੋਨ ਟੂ ਵੈਲਿਊ ਤੁਹਾਡਾ ਸਾਰਾ ਮੌਰਗੇਜ ਕ੍ਰੈਡਿਟ ਲਾਈਨ ਸਾਰਾ ਕੁਝ ਉਸ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪਰ ਉਹਦਾ ਹੁਣ ਅੱਗੇ ਅਸਰ ਕੀ ਪਏਗਾ ਜਿਹਦੇ ਕੋਲ ਆਲਰੇਡੀ ਹੈਗੀਆਂ ਨੇ ਲਾਈਨਸ ਆਫ ਕ੍ਰੈਡਿਟ ਬਣੀਆਂ ਹੋਈਆਂ 80% ਲੋਨ ਟੂ ਵੈਲਿਊ ਦੀਆਂ, ਤੇ ਉਹ ਵੀ ਉਹ ਵਾਪਸ ਲੈ ਕੇ ਨਹੀਂ ਜੀ ਨਹੀਂ ਉਹ ਤੇ ਨਾ ਵਾਪਸ ਦਾ ਮਤਲਬ ਹੀ ਨਹੀਂ ਉੱਠਦਾ ਜੀ। ਇਫ ਯੂ ਆਰ ਨਾਟ ਇਨ ਡਿਫਾਲਟ ਤਾਂ ਵਾਪਸ ਦਾ ਮਤਲਬ ਹੀ ਨਹੀਂ ਉੱਠਦਾ। ਹੁਣ ਅਗਲੇ ਜਿਹੜੇ ਆਣਗੇ ਉਹਦੇ ਉੱਤੇ ਲੋਨ ਟੂ ਵੈਲਿਊ ਦੀ ਗੱਲ ਕਰ ਰਹੇ ਨੇ 65% ਐਂਡ ਉਹਨਾਂ ਦੀ ਲਿਮਿਟ ਨਾ ਬਿਲਕੁਲ ਹੀ ਨਹੀਂ। ਜਿਹਨਾਂ ਆਲਰੇਡੀ ਲੈ ਚੁੱਕੇ ਨੇ ਡਿਕਰੀਜ਼ ਦਾ ਮਤਲਬ ਹੀ ਨਹੀਂ ਉੱਠਦਾ ਸਰ ਇਫ ਦੇ ਆਰ ਨਾਟ ਇਨ ਡਿਫਾਲਟ। ਜੀ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਔਰ ਇੱਥੇ ਇਸ ਵਕਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਤੇਜਿੰਦਰ ਜੀ। ਇਸ ਮੌਕੇ ਦੇ ਉੱਤੇ ਸਰ ਆਖਰੀ 2 ਸਵਾਲ ਔਰ ਫਿਰ ਰੈਪ ਅਪ ਕਰਨ ਦੇ ਹੁਕਮ ਨੇ। ਫਿਰ ਆਪਣੇ ਗੁਰਦੀਪ ਜੀ ਦੇ ਕੋਲ ਗੱਲਬਾਤ ਦਾ ਰੈਪ ਅਪ ਕਰਾਂਗੇ ਉਹਨਾਂ ਦੇ ਸਵਾਲ ਦੇ ਨਾਲ। ਹੈਲੋ, ਇਜ਼ ਇਟ ਵਰਥ ਕੈਰਿੰਗ ਅ ਮੌਰਗੇਜ ਐਟ ਅਰਾਊਂਡ 6% ਐਂਡ ਸਟਿਲ ਇਨਵੈਸਟਿੰਗ ਔਨ ਈਦਰ ਪ੍ਰੀ ਕੰਸਟਰਕਸ਼ਨ ਔਰ GIC at 5% even if my family income justifies any mortgage? ਜੀ Why not? If the income justifies, let the money work for you. ਇਹ ਤੇ ਬਿਲਕੁਲ ਥੰਬ ਰੂਲ ਹੈਗਾ ਸਰ ਤੇ ਤੁਹਾਡੀ ਰਿਟਰਨ ਆਣੀ ਚਾਹੀਦੀ ਹੈ। ਮੇਰਾ ਖਿਆਲ ਹੈ ਕਿ ਅਗਰ ਤੁਸੀਂ GIC ਦੀ ਗੱਲ ਕਰ ਰਹੇ ਹੋ I will not go with that. I will prefer ਕਿ ਤੁਸੀਂ ਮੋਂਗਾ ਜੀ ਨਾਲ ਗੱਲ ਕਰੋ। ਮੇਰਾ ਪੈਸਾ ਵੀ ਉੱਥੇ ਲੱਗਿਆ ਪਿਆ, ਉਸ ਤੋਂ ਜ਼ਿਆਦਾ ਕਮਾ ਰਿਹਾ। ਪਲੱਸ ਰੀਅਲ ਐਸਟੇਟ ਦੇ ਅੰਦਰ ਵੀ ਇਸ ਤੋਂ ਜ਼ਿਆਦਾ ਇਨਕਮ ਹੈਗੀ, ਪ੍ਰੀ ਕੰਸਟਰਕਸ਼ਨ ਦੇ ਅੰਦਰ ਬਹੁਤ ਜ਼ਿਆਦਾ ਹੈਗੀ। ਤੁਸੀਂ 15% ਅਗਰ ਡਾਊਨ ਪੇਮੈਂਟ ਕਰਦੇ ਹੋ, ਅਗਰ 1% ਵੀ ਕੀਮਤ ਵੱਧਦੀ ਹੈ ਰੀਅਲ ਐਸਟੇਟ ਦੀ ਤਾਂ ਤੁਹਾਡੀ 7% ਵੱਧ ਜਾਂਦੀ ਹੈ ਜੀ, ਵਿਚ ਇਜ਼ ਮੋਰ ਦੈਨ 6%। ਐਂਡ ਆਲਸੋ ਔਨ ਟੌਪ ਆਫ ਇਟ ਯੂਰ ਮਨੀ ਇਜ਼ ਵਰਕਿੰਗ ਫॉर ਯੂ। ਤੁਸੀਂ ਨਹੀਂ ਕੰਮ ਕਰ ਰਹੇ, ਤੁਹਾਡਾ ਪੈਸਾ ਕੰਮ ਕਰ ਰਿਹਾ। ਪੈਸੇ ਨੂੰ ਕੰਮ ਤੇ ਲਗਾਓ ਔਰ ਤੁਹਾਡੀ ਇਨਕਮ ਜਸਟੀਫਾਈ ਕਰ ਰਹੀ ਹੈ ਔਰ ਸਾਥ ਅਗਰ ਤੁਹਾਡੀ ਏਜ ਵੀ ਜਸਟੀਫਾਈ ਕਰ ਰਹੀ ਹੈ। ਅਗਰ ਤੁਸੀਂ ਲੈਸ ਦੈਨ ਆਈ ਵੁੱਡ ਸੇ ਇਨ ਯੂਰ 50s ਹੈਗੇ ਹੋ ਔਰ 60 ਤੋਂ ਥੱਲੇ ਹੈਗੇ ਹੋ, ਯੂ ਸ਼ੁੱਡ ਕੰਟੈਕਟ ਮੋਗਾ ਜੀ ਔਰ ਮੀ ਔਰ ਬੋਥ ਆਫ ਅਸ ਟੁਗੇਦਰ, ਨੋ ਵਰੀਜ਼। ਜੀ ਵੈਸੇ ਇਹਨਾਂ ਦਾ ਪਿਛਲਾ ਕਮੈਂਟ ਸੀਗਾ, ਇੱਕ ਹੋਰ ਕਮੈਂਟ ਇਹਨਾਂ ਦੇ ਸਰ ਅੱਜ ਆਇਆ, ਇੱਕ ਹੋਰ ਆਇਆ। ਉਹ ਕਹਿ ਰਹੇ ਨੇ ਕਿ ਇਹ ਤਾਂ ਖੈਰ ਕਮੈਂਟ ਹੀ ਇੱਕ ਤਰ੍ਹਾਂ ਦਾ ਕੁਐਸਚਨ ਤਾਂ ਨਹੀਂ ਹੈ। ਇਨਫਲੇਸ਼ਨ ਇਜ਼ ਬੀਇੰਗ ਟ੍ਰਿਗਰਡ ਬਾਈ ਇਮੀਗ੍ਰੈਂਟਸ ਐਜ਼ ਦੇ ਹੈਵ ਟੂ ਬਾਈ ਕਾਰਸ, ਅਪਲਾਇੰਸਿਸ ਐਂਡ ਅਦਰ ਨੈਸੈਸਿਟੀਜ਼। ਹਾਂਜੀ ਸਰ, ਚਲੋ ਇਹ ਤਾਂ ਤੁਹਾਡਾ ਨਹੀਂ ਮੈਂ ਨਹੀਂ ਮੰਨਾਂਗਾ ਇਸ ਗੱਲ ਨੂੰ। ਅਸੀਂ ਇੰਡਸਟਰੀਆਂ ਬੈਠ ਜਾਣਗੀਆਂ ਇਹ ਤੇ ਮੈਂ ਮੰਨਾਂਗਾ ਨਹੀਂ ਇਸ ਗੱਲ ਨੂੰ। ਇਹ ਤੇ ਓਵਰ ਤੋਂ ਰੋਟੀ ਵੀ ਖਾਣੀ ਬੰਦ ਕਰ ਦੇਣ। ਨਹੀਂ ਜੀ, ਦੈਟ ਇਜ਼ ਨੈਚੁਰਲ ਚੀਜ਼ ਹੈਗੀ। ਉਹਦੇ ਨਾਲ ਤੇ ਫਿਰ ਇੰਡਸਟਰੀਜ਼ ਬੰਦ ਹੋ ਕੇ ਬਹਿ ਜਾਣਗੀਆਂ। ਮੋਂਗਾ ਜੀ ਤੁਸੀਂ ਕੀ ਕਹਿੰਦੇ ਹੋ? ਨਹੀਂ ਸਹੀ ਕਹਿ ਰਹੇ ਹੋ ਤੁਸੀਂ, ਕਿਉਂਕਿ ਉਹ ਤਾਂ ਉਹਨਾਂ ਨੇ ਖਰੀਦਣਾ ਹੀ ਖਰੀਦਣਾ ਹੈ। ਔਰ ਅਗਰ ਖਰੀਦਣਾ ਹੈ ਥੋੜਾ ਬਹੁਤ ਕੰਟਰੀਬਿਊਸ਼ਨ ਤਾਂ ਹੈ ਹੀ ਉਸ ਚੀਜ਼ ਦਾ, ਲੇਕਿਨ ਇੰਨਾ ਮੈਂ ਕਹਾਂਗਾ ਕਿ ਸਿਰਫ ਤੁਸੀਂ ਹੁਣ ਅਗਰ ਕਹੋ ਕਿ 40 ਮਿਲੀਅਨ ਲੋਕ ਚੋਂ 1 ਮਿਲੀਅਨ ਲੋਕ ਹੀ ਸਿਰਫ ਕੰਟਰੀਬਿਊਟ ਕਰ ਰਹੇ ਨੇ ਜਿਹੜੇ ਨਵੇਂ ਆਏ ਨੇ। ਸੋ ਆਈ ਡੋਂਟ ਥਿੰਕ ਸੋ ਕਿ ਉਹਨਾਂ ਕੋਲ ਇੰਨਾ ਪੈਸਾ, ਬਲਕਿ ਜਿਹੜੇ ਲੋਕ ਇੱਥੇ ਬੈਠੇ ਨੇ, ਜਿਹੜੇ ਸੇਵ ਕਰਕੇ ਬੈਠੇ ਨੇ, ਜਿਹੜੇ ਅੱਜ ਕੱਲ ਆਏ ਨੇ ਇਮੀਗ੍ਰੈਂਟ, ਉਹ ਅਗਲੇ 1 ਸਾਲ ਤਾਂ ਇੰਡੀਆ ਨਹੀਂ ਜਾਣਗੇ। ਲੇਕਿਨ ਇੱਥੋਂ ਵਾਲੇ ਲੋਕ ਇੰਡੀਆ ਟਿਕਟਾਂ ਲਾਈਕ ਐਵੇਂ ਮਹਿੰਗੀਆਂ ਕਰ ਰੱਖੀਆਂ ਨੇ, ਜਿੱਥੇ ਮਰਜ਼ੀ ਚਲੇ ਜਾਓ, US ਚਲੇ ਜਾਓ, ਟਰੈਵਲ ਕਰ ਰਹੇ ਨੇ, ਰੈਸਟੋਰੈਂਟ ਜਿਹੜੇ ਭਰੇ ਹੋਏ ਨੇ। ਉਹ ਨਵਾਂ ਇਮੀਗ੍ਰੈਂਟ, ਤੁਸੀਂ ਵੀ ਆਏ ਸੀ, ਮੈਂ ਵੀ ਆਇਆ ਸੀ, ਬਹੁਤ ਲੋਕ, ਆਪਾਂ ਸਾਰੇ ਇਮੀਗ੍ਰੈਂਟ ਆ। ਜਦੋਂ ਅਸੀਂ ਪਹਿਲੇ ਸਾਲ ਸੀਗੇ ਅਸੀਂ ਇੰਨਾ ਪੈਸਾ ਨਹੀਂ ਖਰਚਿਆ ਸੀਗਾ। ਅਸੀਂ ਉਸ ਵੇਲੇ ਕੰਪੇਅਰ ਕਰ ਰਹੇ ਸੀ ਵੀ ਕਿੰਨੇ ਦਾ ਡਾਲਰ ਤੇ ਕਿੰਨੇ ਰੁਪਏ ਅਸੀਂ। ਬਿਲਕੁਲ ਸੋ ਐਜੀ ਸਿਚੁਏਸ਼ਨ, ਨਵੇਂ ਇਮੀਗ੍ਰੈਂਟ ਠੀਕ ਹੈ, ਉਹਨਾਂ ਨੂੰ ਜ਼ਰੂਰਤ ਦੀ ਚੀਜ਼ਾਂ ਉਹ ਜ਼ਰੂਰ ਲੈਣਗੇ,
ਲੇਕਿਨ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਅਗਰ ਸਟੋਵ ਵੀ ਖਰੀਦਣ ਜਾਣਾ ਘਰ ਵਾਸਤੇ, ਮੰਨ ਲਓ ਤੁਹਾਡੇ ਸਟੋਵ ਨਹੀਂ ਹੈਗਾ ਤਾਂ ਤੁਸੀਂ ਸਸਤੇ ਤੋਂ ਸਸਤਾ ਖਰੀਦਣਾ ਚਾਹੋਗੇ ਉਸ ਤੇ ਜਦੋਂ ਨਵੇਂ ਆਏ ਹੋ ਤਾਂ। ਲੇਕਿਨ ਹੁਣ ਅਸੀਂ ਇਹ ਦੇਖਦੇ ਹਾਂ ਕਿ ਸਭ ਤੋਂ ਵਧੀਆ ਕਿਹੜਾ ਹੈ वो लेके चलिए। बिल्कुल। तो बहुत फर्क है जी ऐसी जी जी। और सरा जी एक क्वेश्चन नोट कर लीजिए, ये नेक्स्ट वीक करेंगे, अगले हफ्ते वेडनेसडे को आपने याद करा देना है सरा जी कि शान साहब का सवाल है बड़ा इंटरेस्टिंग है और डिटेल चाहते ने आंसर। अगले हफ्ते उसकी दोनों एक्सपर्ट तो पूछांगे, मैं भी अपनी इनपुट देंगा। क्वेश्चन वधिया है। ब्रैम्पटन वाज ऑपोजिंग इट्स सेपरेशन फ्रॉम पील रीजन, कैन टॉक इन डिटेल हाउ इट विल अफेक्ट ब्रैम्पटन रेजिडेंट्स। ठीक है जी, अगले हफ्ते ਇਹਦੇ ਤੇ ਨਾ ਜਰਾ ਡਿਟੇਲ ਚ ਗੱਲ ਕਰਾਂਗੇ ਕਿ ਜੇ ਹੁਣ ਤੇ ਬਟਵਾਰਾ ਹੋਣਾ ਹੀ ਹੋਣਾ ਹੈ। ਗੱਲ ਤੁਹਾਡੀ ਠੀਕ ਹੈ ਸ਼ਾਨ ਸਾਹਿਬ ਕਿ ਐਸੋ ਅਪੋਜ਼ ਕਰ ਰਿਹਾ ਸੀ ਬਰੈਂਪਟਨ, ਬਟ ਉਹ ਬਟਵਾਰਾ ਹੁਣ ਹੋਣਾ ਹੀ ਹੋਣਾ ਹੈ। ਉਹ ਤਾਂ ਪ੍ਰੋਵਿੰਸ ਨੇ ਵੀ ਕਹਿ ਦਿੱਤਾ। ਸੋ 1 ਜਨਵਰੀ ਨੂੰ ਹੋ ਜਾਣਾ ਬਟਵਾਰਾ 2025 ਤੱਕ ਹੈ, ਉਸ ਤੋਂ ਬਾਅਦ ਪੀਲ ਰੀਜਨ ਖਤਮ ਹੋ ਜਾਣਾ। ਸੋ ਇਹਦਾ ਬਰੈਂਪਟਨ ਦੇ ਰੈਜ਼ੀਡੈਂਟਸ ਤੇ ਜਾਂ ਰੀਅਲ ਸਟੇਟ ਤੇ ਜਾਂ ਹੋਰ ਚੀਜ਼ਾਂ ਤੇ, ਇਕੋਨਮੀ, ਜੌਬਸ ਵਗੈਰਾ ਕੀ ਅਸਰ ਪਏਗਾ, ਇਹ ਅਗਲੇ ਹਫਤੇ ਜਿਹੜਾ ਹੈ ਤੇ ਗੱਲ ਕਰਾਂਗੇ, ਆਪਣੇ ਸਾਰੇ ਐਕਸਪਰਟ ਤੇ ਵਿਚਾਰ ਲਾਂਗੇ। ਠੀਕ ਹੈ ਜੀ ਪੰਕਜ ਜੀ, ਨੈਕਸਟ ਵੀਕ। ਬਿਲਕੁਲ ਥੈਂਕ ਯੂ ਜੀ, ਬਿਲਕੁਲ। ਹਾਂਜੀ, ਅਖੀਰ ਦੇ ਵਿੱਚ ਅਸੀਂ ਗੁਰਦੀਪ ਜੀ ਸਾਡੇ ਪੈਨਲ ਤੇ ਹੈਗੇ ਨੇ ਔਰ ਉਹ ਕੋ ਆਪਣੇ ਕਮੈਂਟਸ, ਕੋਈ ਵਿਚਾਰ, ਕੋਈ ਸਵਾਲ। ਜੀ ਗੁਰਦੀਪ ਜੀ, ਫਿਰ ਆਪੋ ਕਰ ਰਹੇ। ਬਹੁਤ ਸ਼ੁਕਰੀਆ ਜੀ। ਮੇਰਾ ਦੋਨੋਂ ਐਕਸਪਰਟ ਨੂੰ ਇੱਕ ਸਵਾਲ ਆ ਤੇ ਬੜਾ ਕੁਇਕਲੀ ਹੈ ਸਰ। ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ, ਬਹੁਤ ਸਾਰੇ ਜਿਹੜੇ ਅਸੀਂ ਚੀਜ਼ਾਂ ਸਮਝ ਰਹੇ ਹਾਂ ਕਿ ਕਿਉਂ ਇਹ ਸਾਰੇ ਕੁਝ ਜਿਹੜਾ ਹੋ ਰਿਹਾ ਆਮ ਲੋਕਾਂ ਦੇ ਨਾਲ, ਕਿਉਂਕਿ ਆਮ ਲੋਕਾਂ ਨੂੰ ਬਹੁਤਾ ਡਾਟਾਬੇਸ ਇਨਫੋਰਮੇਸ਼ਨ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਵੀ ਚੀਜ਼ ਉਹਨਾਂ ਨੇ ਲੈਣੀ ਹੈ ਜਦੋਂ ਉਹ ਦੇਖਦੇ ਉਹਦੀ ਕੋਈ ਪ੍ਰਾਈਸ ਥੋੜੀ ਜਿਹੀ ਘੱਟ ਆ, ਉਹਨਾਂ ਵਾਸਤੇ ਇਨਫਲੇਸ਼ਨ ਲੋ ਆ। ਜੇ ਹੁਣ ਗੈਸ ਪ੍ਰਾਈਸਿਸ ਵੱਧ ਹੀ ਗਏ ਨੇ ਤਾਂ ਉਹਨਾਂ ਵਾਸਤੇ ਇਨਫਲੇਸ਼ਨ ਘਟੇ ਜਾਂ ਵਧੇ, ਕਿਉਂਕਿ ਸਾਰਿਆਂ ਦਾ ਬਜਟ ਹੁੰਦਾ ਹੈ। ਸੋ ਇੱਕ ਤਾਂ ਸਵਾਲ ਪੰਕਜ ਜੀ ਵਾਸਤੇ ਹੈ ਕਿ ਪੰਕਜ ਜੀ ਇਹ ਕੋਈ ਪਹਿਲੀ ਵਾਰ ਨਹੀਂ ਹੈ ਤੇ ਕੋਈ ਲਾਸਟ ਟਾਈਮ ਵੀ ਨਹੀਂ ਹੈਗਾ ਕਿ ਇਨਫਲੇਸ਼ਨ ਉੱਪਰ ਥੱਲੇ ਨਹੀਂ ਜਾਏਗੀ। ਸੋ ਇੱਕ ਤੁਹਾਡੇ ਕੋਲ ਮੈਂ ਸੁਜੈਸ਼ਨ ਚਾਹਾਂਗਾ ਆਮ ਲੋਕਾਂ ਨੂੰ ਕਿ ਉਹ ਜੇ ਵੱਧਦੀ ਹੈ ਇਨਫਲੇਸ਼ਨ ਜਾਂ ਘਟਦੀ ਹੈ, ਉਹਦੇ ਵਿੱਚ ਥੋੜਾ ਜਿਹਾ ਆਪਣੀ ਜਿਹੜੀ ਉਹ ਇਨਕਮ ਆ ਉਸ ਨੂੰ ਮੇਨਟੇਨ ਜਾਂ ਉਸ ਨੂੰ ਬੈਲੈਂਸ ਕਿਸ ਤਰ੍ਹਾਂ ਕਰ ਸਕਦੇ ਆ। ਦੂਸਰਾ ਸਵਾਲ ਮੇਰਾ ਪੀਕੇ ਜੀ ਵਾਸਤੇ ਆ, ਸੇਮ ਕੁਐਸਚਨ ਹੈ, ਕਿਉਂਕਿ ਇਹ ਪਤਾ ਨਹੀਂ ਲੱਗੇਗਾ ਕਦੋਂ ਜਿਹੜਾ ਇੰਟਰਸਟ ਰੇਟ ਉੱਪਰ ਜਾਏਗਾ ਥੱਲੇ ਜਾਏਗਾ, ਲੋਕਾਂ ਨੂੰ ਇੱਕਦਮ ਐਡੀ ਜਲਦੀ ਸਾਈਨ ਵੀ ਨਹੀਂ ਮਿਲਦੇ। ਸੋ ਅਗਰ ਕਿਸੇ ਨੇ ਮਾਰਕੀਟ 'ਚ ਐਂਟਰ ਹੋਣਾ ਹੋਵੇ ਤੇ ਉਹਨਾਂ ਵਾਸਤੇ ਤੁਹਾਡੇ ਕੀ ਸੁਜੈਸ਼ਨ ਨੇ, ਇਹ ਜਿਹੜੇ ਆਮ ਲੋਕ ਨੇ ਉਹਨਾਂ ਵਾਸਤੇ ਸਵਾਲ ਹੈ ਜੀ। ਜੀ ਗੁਰਦੀਪ ਜੀ, ਯੁਧਵੀਰ ਜੀ, ਮੈਂ ਤੁਹਾਨੂੰ ਇੱਕ ਚੀਜ਼ ਦੀ ਦਾਤ ਦੇਣਾ ਚਾਹਾਂਗਾ। ਐਵੇਂ ਗੁਰਦੀਪ ਜੀ ਨਹੀਂ ਪੈਨਲ ਤੇ ਹੈਗੇ, ਕੁਐਸਚਨ ਹੈ ਜੀ ਅਜੇ ਪੁੱਛਦੇ ਨੇ। ਜੀ ਜੀ ਜੀ, ਥੈਂਕ ਯੂ ਜੀ। ਬਿਲਕੁਲ ਗੁਰਦੀਪ ਜੀ ਦੀ ਬੜੀ ਵਧੀਆ ਫੀਡਬੈਕ ਆਉਂਦੀ ਹੈ ਔਰ ਬੜਾ ਵਧੀਆ ਇਹ ਸ਼ੋਅ ਸਾਡੇ ਇੱਥੇ ਰੇਡੀਓ ਵਾਈਜ਼ ਤੇ ਹੋਸਟ ਕਰਦੇ ਨੇ ਔਰ ਇਹਨਾਂ ਦੇ ਕੁਐਸਚਨਸ ਵਾਕਈ ਬੜੇ ਥਾਟ ਪ੍ਰੋਵੋਕਿੰਗ ਹੁੰਦੇ ਆ। ਪਲੀਜ਼ ਗੋ ਹੈਡ ਸਰ। ਬੜੇ ਹੁੰਦੇ ਨੇ ਉਹਨੇ ਕੁਐਸਚਨ। ਵੇਖੋ ਤੁਸੀਂ ਇਹਨਾਂ ਨੇ ਪੁੱਛਿਆ, ਤੁਸੀਂ ਸਾਈਡ ਤੇ ਰੱਖੋ ਇਨਫਲੇਸ਼ਨ, ਇਹ ਦੱਸੋ ਕਿ ਅਸੀਂ ਇਹਨੂੰ ਇਨਫਲੇਸ਼ਨ ਨਾਲ ਲੜੀਏ ਕਿਵੇਂ। ਸੋ ਉਹਨਾਂ ਨੇ ਇਹ ਕੁਐਸਚਨ ਪੁੱਛ ਲਿਆ। ਗੁਰਦੀਪ ਜੀ ਬਿਲਕੁਲ ਤੁਸੀਂ 100% ਸਹੀ ਹੋ। ਇਹ ਚੀਜ਼ਾਂ ਬੇਸਿਕਲੀ ਇੱਕ ਫਾਈਨੈਂਸ਼ੀਅਲ ਪਲੈਨਰ ਦੇ ਤੌਰ ਤੇ ਅਗਰ ਮੈਂ ਦੱਸਣਾ ਚਾਹਾਂ ਤਾਂ ਉਹੀ ਨੈਕਸਟ ਦੀ ਗੱਲ ਹੁੰਦੀ ਹੈ। ਤੁਹਾਡੇ ਕੋਲ ਕਿੰਨਾ ਜੋੜਿਆ ਹੋਇਆ ਹੈ, ਉਹ ਚੀਜ਼ਾਂ ਇਸ ਵੇਲੇ ਹੈਲਪ ਕਰਦੀਆਂ ਨੇ। ਤੁਹਾਡੀ ਕਪੈਸਿਟੀ ਕੀ ਹੈ, ਤੁਹਾਡੀ ਹੋਲਡਿੰਗ ਕਪੈਸਿਟੀ ਕੀ ਹੈ, ਕਿੰਨਾ ਤੁਸੀਂ ਖਰਚ ਕਰ ਸਕਦੇ ਹੋ। ਇੱਕ ਸੇਵਰ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਇਨਫਲੇਸ਼ਨ ਨੂੰ ਚਾਹੇ ਵੱਧਦੀ ਰਵੇ ਚਾਹੇ ਘਟਦੀ ਰਵੇ, ਉਹਨੂੰ ਉਹ ਵਿੱਚੋਂ ਨਿਕਲ ਜਾਂਦਾ ਹੈ ਬੜੀ ਆਸਾਨੀ ਨਾਲ। ਲੇਕਿਨ ਜਿਹੜਾ ਬਿਲਕੁਲ ਹੀ ਕੋਈ ਸੇਵ ਨਹੀਂ ਕਰਦਾ, ਸਪੈਂਡਰ ਹੈ, ਲਾਈਕ ਰਿਸਕ ਲੈਵਲ ਉਹਨਾਂ ਦਾ ਬਹੁਤ ਹਾਈ ਹੈ। ਸਵੇਰੇ ਅਗਰ ਕੁਝ ਹੋ ਜਾਵੇ ਤਾਂ ਉਹਨਾਂ ਕੋਲ ਪਿੱਛੇ ਬੈਕਅਪ ਪੈਸਾ ਨਹੀਂ ਹੈ, ਉਹ ਲੋਕ ਮਰਦੇ ਨੇ ਇਹਨਾਂ ਸਿਚੁਏਸ਼ਨ 'ਚ। ਯੈਸ, ਕੁਛ ਇੱਕ ਲੋਕ ਇਹੋ ਜਿਹੇ ਹੋਣਗੇ ਗੁਰਦੀਪ ਜੀ, ਮੈਂ ਉਹਨਾਂ ਨੂੰ ਵੀ ਬਾਹਰ ਕੱਢ ਦੇਣਾ, ਜਿਹੜੇ ਜੋੜ ਨਹੀਂ ਪਾਉਂਦੇ, ਉਹ ਹੈਂਡ ਟੂ ਮਾਊਥ ਰਹਿੰਦੇ ਨੇ। ਉਹਨਾਂ ਕੋਲ ਇੰਨੀ ਇਨਕਮ ਹੈ ਹੀ ਨਹੀਂ ਕਿ ਉਹਨਾਂ ਦੇ ਖਰਚੇ ਜ਼ਿਆਦਾ ਨੇ। ਉਹਨਾਂ ਨੂੰ ਅਗਰ ਤੁਸੀਂ ਸਾਈਡ ਤੇ ਛੱਡ ਦਈਏ, ਕਿਉਂਕਿ ਉਹਨਾਂ ਵਾਸਤੇ ਅਲੱਗ ਸਟ੍ਰੈਟਜੀਜ਼ ਹੁੰਦੀਆਂ ਨੇ, ਐਜ਼ ਅ ਫਾਈਨੈਂਸ਼ੀਅਲ ਪਲੈਨਰ ਉਹਨਾਂ ਨਾਲ ਬੈਠਿਆ ਜਾ ਸਕਦਾ। ਬਟ ਇੱਕ ਆਮ ਆਦਮੀ, ਮੈਂ ਇਹ ਕਹਾਂਗਾ ਕਿ ਪਲੀਜ਼ ਹਲੇ ਵੀ ਇਹੀ ਚੀਜ਼ ਹੈ, ਤੁਹਾਨੂੰ ਸੇਵਿੰਗ ਜ਼ਰੂਰੀ ਹੈ, ਤੁਹਾਨੂੰ ਇੱਕ ਫਾਈਨੈਂਸ਼ੀਅਲ ਪਲੈਨਰ ਨਾਲ ਬੈਠਣਾ ਜ਼ਰੂਰੀ ਹੈ। ਜਾਂ ਤੁਸੀਂ ਖੁਦ ਸਮਝਦੇ ਹੋ ਇਹ ਚੀਜ਼ ਨੂੰ ਕਿ ਕਿਵੇਂ ਤੁਸੀਂ ਪੈਸਾ ਜੋੜ ਸਕਦੇ ਹੋ ਔਰ ਆਪਦੇ ਵਾਸਤੇ ਇੱਕ ਨੈਸਟ ਖੜਾ ਕਰ ਸਕਦੇ ਹੋ। ਅੱਜ ਅਗਰ ਜਿੰਨਾ ਕੋਲ ਪੈਸਾ ਪਿਆ ਹੈ, ਪਿੱਛੇ ਸੇਵਿੰਗ ਹੈ ਔਰ ਉਹਨਾਂ ਦੇ ਖਰਚੇ ਵੱਧ ਗਏ ਨੇ, ਤਾਂ ਆਪਦੀ ਸੇਵਿੰਗ ਨੂੰ ਟੱਚ ਕਰ ਸਕਦੇ ਨੇ ਔਰ ਉਸ ਤੋਂ ਆਪਦਾ ਖਰਚਾ ਚਲਾ ਸਕਦੇ ਨੇ। ਬਟ ਫਿਰ ਵੀ ਜਿਵੇਂ ਪੀਕੇ ਜੀ ਗੱਲ ਕਰਦੇ ਹੁੰਦੇ ਨੇ, ਜਾਂ ਇੱਕ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬੜਾ, ਮੇਰੀ ਇਹ ਲਾਈਨ ਪਤਾ ਨਹੀਂ ਕਦੋਂ ਤੋਂ ਮੈਂ ਪਿਛਲੇ 20 ਸਾਲ ਤੋਂ ਦੁਹਰਾ ਰਿਹਾ। ਸਾਡੇ ਜਿਹੜੇ ਸਿਆਣੇ ਸੀ ਨਾ ਜੀ, ਉਹ ਸਭ ਤੋਂ ਵੱਡੇ ਫਾਈਨੈਂਸ਼ੀਅਲ ਪਲੈਨਰ ਸੀ। ਅਸੀਂ ਤਾਂ ਪੜ੍ਹ ਲਿਖ ਕੇ ਬਣੇ ਆ, 2-2, 4-4 ਸਾਲ, 5-5 ਸਾਲ ਲਾ ਕੇ ਪੜ੍ਹਾਈ ਕਰਕੇ ਉਹ ਚੀਜ਼ਾਂ ਸਿੱਖੀਆਂ ਨੇ। ਉਹਨਾਂ ਨੇ ਇੱਕ ਲਾਈਨ 'ਚ ਕਹਿਤਾ ਸੀਗਾ, ਪੁੱਤਰਾ ਆਪਦੀ ਚਾਦਰ ਤੋਂ ਬਾਹਰ ਨਾ ਜਾਈ।
ਉਤਰਾ ਘਰ ਬਣਾ ਲਵੀ। ਸੋ ਇਹ ਜੋੜ ਲਵੀ ਆਪਦੇ ਫਿਊਚਰ ਵਾਸਤੇ, ਰਿਟਾਇਰਮੈਂਟ ਵਾਸਤੇ ਪੈਸਾ ਜੋੜ ਲਵੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਹਾਲਾਤਾਂ 'ਚ ਹੈਲਪ ਕਰਦੀਆਂ ਨੇ ਗੁਰਦੀਪ ਜੀ। ਸੋ ਇਹਦੇ ਵਾਸਤੇ ਅਗਰ ਤੁਸੀਂ ਸਟ੍ਰੈਟਜੀ ਖੁਦ ਨਹੀਂ ਬਣਾ ਸਕਦੇ ਹੋ ਤਾਂ ਕਿਸੇ ਪ੍ਰੋਫੈਸ਼ਨਲ ਨਾਲ ਜਾ ਕੇ ਬੈਠੋ ਕਿ ਅਗਲਾ ਜਿਹੜਾ ਇਨਫਲੇਸ਼ਨ ਦੀ ਇਸ ਤਰ੍ਹਾਂ ਦੀ ਚੀਜ਼ ਆਵੇਗੀ, ਉਹ ਦੁਬਾਰਾ ਆਵੇਗੀ। ਇਹ ਸਿਚੁਏਸ਼ਨ ਅੱਜ ਜਿਹੜੀ ਗੱਲ ਕਰਦੇ ਪਏ ਆ ਕਿਸੇ ਵੇਲੇ ਵੀ ਦੁਬਾਰਾ ਆ ਸਕਦੀ ਹੈ। ਉਹ ਦੁਬਾਰਾ ਆਣੀ ਹੈ ਜਦੋਂ, ਉਹਦੇ ਵਾਸਤੇ ਕਿਆ ਤੁਸੀਂ ਤਿਆਰ ਹੋ? ਹੁਣ ਤਾਂ ਤੁਸੀਂ ਤਿਆਰ ਨਹੀਂ ਸੀਗੇ, ਅਗਰ ਕਹੀ ਅਗਲੇ ਵਾਰ ਸੇ ਹੋ ਕਿ ਨਹੀਂ ਹੋ, ਉਹਦੇ ਵਾਸਤੇ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਸਟ੍ਰੈਟਜੀ ਬਣਾਉਣੀ ਪਏਗੀ ਔਰ ਤੁਹਾਨੂੰ ਜੋੜਨਾ ਪਏਗਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਜੀ ਗੁਰਦੀਪ ਜੀ ਬੜਾ ਇੰਟਰਸਟਿੰਗ ਹੈ ਜੀ, ਮੇਰਾ ਫੇਵਰੇਟ ਹੈ। ਮੈਂ ਤੇ ਇਹਦੇ ਉੱਤੇ ਬੋਲੀ ਜਾਵਾਂਗਾ, ਮੈਨੂੰ ਜੀ ਬੰਦ ਕਰ ਦੇਣਗੇ, ਮੇਰਾ ਫੋਨ ही कट देंगे। और राहत इंदौरी, उन्होंने ये 4 लाइनें मेरे को इतनी पसंद, उनकी डेथ होगी पीछे भी 73 ईयर की एज में, उनको मैं फॉलो करता था। उनकी ये इतनी फेमस थी 4 लाइनें, उंगलियां यूं ना सब पर उठाया करो, खर्च करने से पहले कमाया करो, जिंदगी क्या है खुद ही समझ जाओगे, बारिशों में पतंगे उड़ाया करो। जिंदगी इतनी टफ है, जैसे बारिश में पतंग नहीं है, आप नहीं उड़ा सकते, इतनी टफ है, लेकिन हम समझते ही नहीं है सर। खर्च करने से पहले कमाया करो। हम लोग, मैंने अपने ऑफिस में भी देखा है, हो सकता है मेरे बच्चे मेरे ऑफिस में मेरे वो सुन भी रहे होंगे, तंगी 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 तंगी, घर जाना है और उसके बाद कुछ नहीं करना, नीचे उबर खड़ी है, उबर के ऊपर वो 30,000 खर्च करके घर जा रहे हैं। और मैं कई बार पूछ लेता हूँ कि बच्चे तुमको कहीं और जल्दी पहुंचना था? नहीं, तो जो तुम $2 में जा सकते थे, तुम्हारा आधा पौना घंटा फालतू लग जाता, 30-35 हजार खर्च करके मुंह नीचे, फिर तंगी तंगी तंगी। ये खर्च करने का तरीका है। मैं तो नहीं अफोर्ड कर सकता, अगर मेरे को तंगी है तो मैं उबर करके चला जाऊं, सवाल ही नहीं उठता। बात यह है कि हमें कई बार ये परेशानी हो जाती है दिव्य की, हमको लगता है कि शायद हमें ऊपर वाले ने अनप्रिविलेज रखा हुआ है। वी मे नॉट हैव ऑल that we want, but when we check closely, we realize that the God has given us exactly what we need. आप जरा ध्यान से देखो तो सही अंदर घुस के, हमने प्लानिंग नहीं करी और लोगों को ब्लेम करते जा रहे हैं। यस, एक्सेप्शंस आर ऑलवेज देयर, होंगी परेशानी, कई बार घर में आ सकती है, मैं ये नहीं हर एक को इसके बीच में ला रहा। सिंपल सी बात है, मेरे को मेरे बाबूजी ने एक बात सिखाई थी, बेटा जब तू अपनी कमाई का 10% एक तरफ कर लेगा ना, तेरे को महसूस होगा कि तू तंग है। क्योंकि अगर तू उस आने में अगर तू 100 रुपए कमाता है, अगर 100 रुपए से तंग है, तू 10% वाला करेगा तो 90 से भी उतना ही तंग होगा, ज्यादा तंग नहीं होगा, पर तेरा बुढ़ापा सुधर जाएगा। हमने कभी कोशिश ही नहीं करी। जैसे मैंने अभी आपको उबर का एग्जाम्पल दिया, तंगी तंगी तंगी, नीचे उबर पकड़ के चले गए। पूछो भाई तुम आधा घंटा पहले अपने घर पहुंच गए, घर जाके तुमने करना क्या था? स्टूडेंट हो, घर जाके तुमने रोटियां ही बनानी थी अपने लिए, आधा घंटा लेट बना लेते। और अक्सर मैं कई बार देखता हूँ कि रेस्टोरेंट से खाना आया होता है, मैं घर से डिब्बा पैक करके ले जाता हूँ, क्योंकि मेरे को अपनी वाइफ के हाथ का बना हुआ खाना बहुत अच्छा लगता है। एक ये भी रीजन है, मैं घर से डिब्बा पैक करा के ले जाता हूँ, और वहां पर जब जाता हूँ तो वहां पर रेस्टोरेंट से खाने के ऑर्डर हुए पड़े होते हैं एम्प्लॉइज, और वो तंग 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 कर रहे होते हैं, तंगी कर रहे होते हैं। ये हम लोग जो है ना डिसिप्लिन नहीं है। ठीक है, ये हालात बुरे सबके लिए हैं, बहुत बुरा हाल है। जितना बड़ा सिर उतना बड़ा सिर दर्द, सिंपल सी बात है। जो जितना रईस है उतना ज्यादा दुखी है इस वक्त, जो इतना रईस नहीं है उसको रोटी के लाले पड़े हुए, आई अंडरस्टैंड। पर अगर ध्यान से देखो, बिल्कुल देखो गुरदीप जी, तो रोटी के लाले नहीं है, बाकी चीजों के लाले पड़े हुए हैं, बाकी चीजों की प्रॉब्लम आई हुई है। रोटी के लिए तो फूड बैंक भी है, लेकिन रोटी के नहीं है। पर हमने क्या किया हुआ है, अपने आप को अनडिसिप्लिन करके ब्लेम देना शुरू कर दिया। हालात बुरे हैं, मैं मानता हूँ सबके लिए। मैं जो मेरी इन्वेस्टमेंट प्रॉपर्टी सारी है, अगर मैं सबको काउंट करूँ, सारी इन्वेस्टमेंट प्रॉपर्टी को काउंट करूँ, अंदाजा मैं ओपनली बोल दिया करता हूँ, मेरे को महीने का लगभग 22,000 का इंटरेस्ट का फर्क पड़ा है। $22,000 महीने का, साल का नहीं सर। पर मैं खुश हूँ, मुझे कोई परवाह नहीं है, प्रॉब्लम नहीं है। क्यों? क्योंकि मैंने अपने आप को बांध के रखा हुआ है, मैंने आपको इस तरीके से रखा हुआ है कि कुछ भी हो जाए भूखा नहीं मर सकते। पर अगर आदमी ऐसा प्लान कर ले और अपने ख्वाहिशों को थोड़ा खींच ले, तो मुझे लगता है कि ये परेशानियां सबकी निकल जाएंगी। क्यों मेरे पास हर रोज लोग आते हैं, वो कहते हैं जी इन्वेस्टमेंट कर दो, उनके लिए क्या ये नहीं है इन्फ्लेशन? और क्यों हर रोज ऐसे आते हैं जो कहते हैं कि बैंकरप्सी से कैसे बचूं? ये प्लानिंग है। एक्सेप्शंस मैं फिर बोलूंगा वो है, पर ये प्लानिंग है और कुछ नहीं है जी। ਬਹੁਤ ਸ਼ੁਕਰੀਆ ਸਰ, ਤੁਹਾਡੇ ਦੋਨਾਂ ਦੇ ਜਵਾਬ ਬਿਲਕੁਲ ਐਕੂਰੇਟ ਸੀ। ਮੈਂ ਤੇ ਸਰ ਇਹ ਦੇਖਦਾ ਹਾਂ ਕਿ ਇੱਕ ਜਿਹੜੀ ਪ੍ਰੋਬਲਮ ਹੈ ਨਾ ਦੂਸਰੇ ਦੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੁੰਦੀ ਹੈ। ਜਦੋਂ ਮੋਰਗੇजेस ਦੇ ਵਿੱਚ ਥੋੜਾ ਜਿਹਾ ਸਕੈਮ ਕਰਕੇ ਜਾਂ ਤੁਸੀਂ ਗਲਤ ਮੋਰਗੇਜ ਲੈ ਕੇ ਆਪਣੇ ਅਫੋਰਡੇਬਿਲਿਟੀ ਤੋਂ ਵੱਡਾ ਘਰ ਲੈ ਕੇ ਬੈਠ ਜਾਂਦੇ ਹੋ, ਛੋਟੇ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਕਿਤੇ ਨਾ ਕਿਤੇ ਫਿਰ ਵੱਡੀ ਪਰੇਸ਼ਾਨੀ 'ਚ ਜਿਹੜੀਆਂ ਉਹ ਪਾ ਦਿੰਦੀਆਂ ਨੇ। ਥੈਂਕ ਯੂ ਸਰ, ਤੁਹਾਡੇ ਬਹੁਤ ਥੈਂਕ ਯੂ। ਬਾਕੀ ਅੱਜ ਬਹੁਤ ਵਧੀਆ ਡਿਸਕਸ਼ਨ ਹੋਈ ਹੈ ਸਰ। ਬਸ ਮੈਂ ਇਹਨੂੰ ਇੰਨਾ ਕੀ ਸਮਝ ਕਰ ਸਕਦਾ ਹੈਗਾ ਕਿ ਜਿਹੜੀ ਜ਼ਰੂਰਤ ਹੈ ਉਹਦਾ ਤੇ ਹੱਲ ਹੈ, ਪਰ ਮੇਰੇ ਖਿਆਲ ਨਾਲ ਗਰੀਡ ਦਾ
कोई हल नहीं है। तो जरूरत पूरी हो सकती है, नीड पूरी नहीं हो सकती, बस इन्नी गल है। बस बिल्कुल बिल्कुल बिल्कुल। बहुत शुक्रिया जी, बड़ा बढ़िया लगा जी। जो मैं अक्सर कहता हूँ, वांट्स एंड नीड्स में फर्क कर लो। नीड्स आपकी पूरी हो सकती है, जब आप वांट्स कर लेते हो और उसको आप नीड्स समझ लेते हो तो आप दुखी हो जाते हो। जस्ट डिफरेंशिएट बिटवीन वांट्स एंड नीड्स। मुझे भी चाहिए कि व्हाइट हाउस मुझे मिल जाए, पर नीड क्या है? 2 कमरे का घर, बस जी। बिल्कुल, बहुत शुक्रिया जी, बहुत ਵਧੀਆ ਲੱਗਾ ਅੱਜ ਦੀ ਸਾਰੀ ਜਿਹੜੀ ਡਿਸਕਸ਼ਨ ਹੈ, ਔਰ ਇਹਨੂੰ ਅਗਲੇ ਹਫਤੇ ਅਸੀਂ ਜਾਰੀ ਰੱਖਾਂਗੇ। ਸ਼ਾਨ ਸਾਹਿਬ ਦਾ ਸਵਾਲ ਬੜਾ ਇੰਪੋਰਟੈਂਟ ਹੈ, ਮੈਂ ਸਾਰਾ ਜੀ ਨੂੰ ਨੋਟ ਕਰਾਤਾ ਹੈ। ਬਰੈਂਪਟਨ ਦੇ ਉੱਤੇ ਕੀ ਅਸਰ ਪਏਗਾ, ਔਰ ਪੋਸੀਬਲੀ ਜੇ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਅਸੀਂ ਥੋੜਾ ਮਿਸੀਸਾਗਾ ਦੀ ਵੀ ਗੱਲ ਕਰਾਂਗੇ ਆਉਣ ਵਾਲੇ ਸਮੇਂ 'ਚ ਕਿ ਮਿਸੀਸਾਗਾ ਤੇ ਕੀ ਅਸਰ ਪਏਗਾ ਜਦੋਂ ਬਰੈਂਪਟਨ ਔਰ ਮਿਸੀਸਾਗਾ ਅਲੱਗ ਹੋਣਗੇ। ਘਰਾਂ ਦੀਆਂ ਕੀਮਤਾਂ ਵਧਣਗੀਆਂ, ਘਟ ਜਾਣਗੀਆਂ, ਜਾਂ ਕੋਈ ਸਰਵਿਸਿਜ਼ ਤੇ ਅਸਰ ਪੈ ਜਾਏਗਾ, ਕੀ ਅਸਰ ਕੀ ਪਏਗਾ, ਰੈਜ਼ੀਡੈਂਟਸ ਦੇ ਉੱਤੇ ਕੀ ਅਸਰ ਪਏਗਾ, ਇਹਦੇ ਉੱਤੇ ਬੜੀ ਇਨਫੋਰਮਡ ਡਿਸਕਸ਼ਨ ਪੂਰੇ ਫੈਕਟਸ ਐਂਡ ਫਿਗਰਸ ਦੇ ਨਾਲ ਨੈਕਸਟ ਵੀਕ ਅਸੀਂ ਤੁਹਾਡੇ ਲਈ ਇਸੇ ਦਿਨ ਵੈਂਸਡੇ ਵਾਲੇ ਦਿਨ ਸਾਡੇ ਖਾਸ ਐਕਸਪਰਟਸ ਨਾਲ 12 ਵਜੇ ਵਾਲੇ ਸ਼ੂਟ ਕਰਾਂਗੇ, ਫਿਰ ਤਾਂ ਕਿ ਸਾਡੇ ਕੋਲ ਟਾਈਮ ਹੁੰਦਾ ਥੋੜਾ। ਸ਼ਾਨ ਸਾਹਿਬ ਨੇ ਵੀ ਕਿਹਾ ਜਰਾ ਡਿਟੇਲ ਤੇ ਸੁਣੋ, ਇਹਨੂੰ 15-20 ਮਿੰਟ ਲੱਗ ਜਾਣਗੇ। ਅਸੀਂ ਚਾਹਾਂਗੇ ਕਿ ਪੰਕਜ ਜੀ ਆਪਣੇ ਹਿਸਾਬ ਨਾਲ ਦੱਸਣ ਕਿ ਇਕੋਨਮੀ, ਟੈਕਸੇਸ਼ਨ, ਉਸ ਜੌਬਸ ਉਸ ਪੱਖੋਂ, ਔਰ ਠੀਕ ਹੈ ਜੀ ਸਾਨੂੰ ਦੱਸਣ ਕਿ ਘਰਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਘਟ ਸਕਦੀਆਂ ਨੇ, ਬਰੈਂਪਟਨ ਮਿਸੀਸਾਗਾ ਨੇ ਤਾਂ ਹੁਣ ਅਲੱਗ ਹੋਣਾ ਹੀ ਹੋਣਾ ਹੈ, ਤੇ ਕੀ ਅਸਰ ਕੀ ਪਏਗਾ ਇਹਦਾ ਸਾਰਾ डिटेल एनालिसिस विद फैक्ट्स एंड फिगर्स नेक्स्ट वीक ਅਸੀਂ ਤੁਹਾਡੇ ਲਈ पेश करेंगे। सरा जी बहुत शुक्रिया आपका प्रोग्राम में साथ देने का। गुरदीप जी ਤੁਹਾਡਾ बहुत बहुत शुक्रिया। गलबात जारी रहेगी, गुरदीप जी लीड कर रहे हैं प्रोग्राम ਨੂੰ। और पीके जी जान तो पहला कुछ भी ऐड करना है वो भी करो, और फोन नंबर भी देंगे पंजाबी जी सर। Thank you very much, Yudhvir ji. For any real estate needs, you can text me 647-299-4757, 647-299-4757. There is no obligation. You can meet me. मैं मिलना होना 3 दिन हफ्ते के अंदर, and we never bother you again after that, unless थोड़े comments on के भी we should contact. For any real estate needs, there is no ਚਾਰजेस ਫॉर दैट। ਲਾਸਟ ਮੈਂ ਦੱਸ ਦਿਆਂ, ਜਿਹੜਾ 29 ਜੁਲਾਈ ਨੂੰ ਅਸੀਂ ਫੰਕਸ਼ਨ ਕੀਤਾ ਸੀਗਾ ਜਿਹਦੇ ਅੰਦਰ 100 ਮਿਲੀਅਨ ਤੋਂ ਜ਼ਿਆਦਾ ਦੀ ਸੇਲ ਹੋਈ ਸੀਗੀ, 1 ਡੇ ਸੇਲ ਸੀਗੀ 12 to 5, ਔਰ 117 ਯੂਨਿਟ ਵਿਕੇ ਸੀਗੇ, ਔਰ 3000 ਤੋਂ ਜ਼ਿਆਦਾ ਲੋਕ ਆਏ ਸੀਗੇ। ਉਹ ਫੰਕਸ਼ਨ ਦੁਬਾਰਾ ਹੋਣ ਵਾਲਾ ਹੈਗਾ 23 ਅਗਸਤ ਨੂੰ, ਐਂਡ ਹਿਊਜ ਡਿਸਕਾਊਂਟ ਫਰਮ ਡਿਫਰੈਂਟ ਬਿਲਡਰਸ ਐਂਡ ਡਿਫਰੈਂਟ ਪ੍ਰੋਜੈਕਟਸ ਮਿਲ ਰਹੇ ਨੇ। ਤੁਸੀਂ ਉਹਨੂੰ ਕੰਟੈਕਟ ਕਰ ਸਕਦੇ ਹੋ, ਔਰ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ। ਤੁਸੀਂ ਆਓ, ਸਾਡੇ ਕੋਲ ਤੇ ਬੈਠੋ। ਸਨੈਕਸ ਵਿਲ ਬੀ ਸਰਵਡ 12 to 5, and it will be Sunday 27th of August, 647-299-4757। Thank you। थैंक यू, ठीक है जी, बहुत बहुत शुक्रिया।